ਅਮਿਤ ਲੋਕੀ ਕਿਉਂ ਨਹੀਂ ਸਮਝਦੇ ਵੀ ਇਹ ਹਜੇ ਖਤਰਾ ਹੈਗਾ ਆ, ਲੋਕੀ ਫੇਰ ਵੀ ਘੁੰਮਣ ਜਾ ਰਹੇ ਆ। 5.5 ਮਿਲੀਅਨ 55 ਲੱਖ ਤੋਂ ਉੱਪਰ ਜਿਹੜੀ ਹੈ ਉਹ ਟੋਟਲ ਗਿਣਤੀ ਚਲੀ ਗਈ ਹੈ। ਜਿਹੜੀਆਂ ਮੌਤਾਂ ਦੀ ਗਿਣਤੀ ਹੈ ਉਹ 3,47,400 ਨੂੰ ਟੱਪ ਚੁੱਕੀ ਹੈ। ਜੇ ਅਸੀਂ ਗੱਲ ਕਰਦੇ ਹਾਂ ਸਿੰਪਲੀ ਵੀ ਯੂਐਸ ਦੇ ਵਿੱਚ ਇਕੱਲੇ 'ਚ ਦੇਖਦੇ ਹਾਂ 16,88,000 1.68 ਮਿਲੀਅਨ ਪੀਪਲ ਆਰ ਇਨਫੈਕਟਡ ਫਰਮ ਕਰੋਨਾ ਵਾਇਰਸ। ਠੀਕ ਹੈ, ਔਰ ਆਲਮੋਸਟ 1 ਲੱਖ ਦੇ ਨੇੜੇ ਤੇੜੇ ਉੱਥੇ ਦੀਆਂ ਮੌਤਾਂ ਜਿਹੜੀਆਂ ਨੇ ਉਹ ਹੋ ਚੱਲੀਆਂ ਨੇ। 99,348 ਮੌਤਾਂ ਉੱਥੇ ਹੋ ਚੁੱਕੀਆਂ ਜੀ। ਸੋ ਜਿਸ ਕੰਟਰੀ ਦੇ ਵਿੱਚ 1 ਲੱਖ ਦੇ ਨੇੜੇ ਮੌਤ ਹੋ ਜੇ, ਉਹ ਲੋਕ ਹਲੇ ਵੀ ਇੰਨੀ ਫ੍ਰੀ ਇਸ ਹਿਸਾਬ ਨਾਲ ਘੁੰਮ ਰਹੇ ਜਿਵੇਂ ਹੋਇਆ ਹੀ ਕੁਛ ਨਹੀਂ। ਜੋ ਉਹ ਕਹਿੰਦੇ ਨੇ ਅੱਜ ਤੱਕ ਮਿਸਟਰ ਟਰੰਪ ਨੇ ਕਦੇ ਵੀ ਮਾਸਕ ਨਹੀਂ ਪਾਇਆ, ਤਾਂ ਜਨਤਾ ਕਿਵੇਂ ਪਾ ਲੇ? ਪਰ ਉਹ ਉਹਨਾਂ ਦਾ ਜਿਹੜਾ ਤੁਸੀਂ ਕਹਿ ਸਕਦੇ ਪ੍ਰੈਜ਼ੀਡੈਂਟ ਖੁਦ ਕਹਿੰਦਾ ਵੀ ਕੋਈ ਗੱਲ ਨਹੀਂ, ਸਾਨੂੰ ਬਿਜ਼ਨਸ ਦਾ ਧਿਆਨ ਜ਼ਿਆਦਾ, ਜੇ ਮੌਤਾਂ ਹੁੰਦੀਆਂ ਹੋ ਰਹੀਆਂ ਪਰ ਸਾਨੂੰ ਜਿੱਥੋਂ ਰੈਵਨਿਊ ਆਉਂਦਾ ਸੀ ਤਾਂ ਉਹੀ ਵੇਖਣਾ। ਸੋ ਤੁਹਾਨੂੰ ਕੀ ਲੱਗਦਾ ਥੋੜ੍ਹਾ ਜਿਹਾ ਉਹਦਾ ਵੀ ਹੱਥ ਹੋਊਗਾ? ਬਿਲਕੁਲ ਜੀ ਬਿਲਕੁਲ, ਕਿਉਂਕਿ ਜਿਹੜੇ ਸਾਡੇ ਰੋਲ ਮਾਡਲਸ ਹੁੰਦੇ ਨੇ ਉਹਨਾਂ ਨੂੰ ਵੇਖ ਕੇ ਪਬਲਿਕ ਚੱਲਦੀ ਹੈ। ਪਰ ਹੁਣ ਆਪਣਾ ਰੋਲ ਮਾਡਲ ਜੇ ਟਰੂਡੋ ਦੀ ਆਪਾਂ ਗੱਲ ਕਰੀਏ, ਉਹ ਤਾਂ ਬਹੁਤ ਚੰਗਾ ਹੈ, ਉਹਦੀ ਸਿਫਤਾਂ ਹੁੰਦੀਆਂ, ਬਟ ਸਾਡੇ ਜਿਹੜੇ ਕੈਨੇਡੀਅਨਸ ਉਹ ਹਟ ਗਏ। ਸੋ ਅਨਫੋਰਚੂਨੇਟਲੀ ਜਰਨੈਲ ਸਿੰਘ ਸੰਘੇੜਾ, ਜਿਹਨੂੰ ਪਾਪਾ ਜੀ ਕਹਿ ਕੇ ਬੁਲਾਇਆ ਜਾਂਦਾ ਸੀ, ਉਹਨਾਂ ਦੀ ਕੱਲ੍ਹ ਲਾਸ਼ ਡੈਲਟਾ ਦੇ ਵਿੱਚ ਲੱਭੀ ਗਈ। ਇਟ ਵਾਜ਼ ਅ ਵੁਡਡ ਏਰੀਆ, ਸਵੈਨਸਨ ਨੋਰਡਲ ਵੇ, ਡੈਲਟਾ ਦੇ ਵਿੱਚੋਂ ਸਿਰਫ 5 ਕਿਲੋਮੀਟਰ ਉਹਨਾਂ ਦੇ ਘਰ ਦੱਸੇ ਸੀਗੇ ਉਹ। ਸੋ ਕਾਫੀ ਉੱਥੇ ਜਿਹੜੀ ਕੈਨਵਸਿੰਗ ਹੁੰਦੀ ਸੀਗੀ, ਰੈਸਕਿਊਜ਼ ਤੁਹਾਨੂੰ ਪਤਾ ਟੀਮ ਸੀਗੀ ਉੱਥੇ ਇਨਵੋਲਵਡ, ਅਤੇ ਵੋਲੰਟੀਅਰਸ 200 ਤੋਂ ਉੱਤੇ ਬੰਦੇ ਸੀਗੇ ਜਿਹੜੇ ਐਕਟਿਵਲੀ ਉਹਨਾਂ ਲਈ ਸਰਚ ਕਰਦੇ ਸੀ ਆਲਮੋਸਟ 9 ਡੇਜ਼। ਬਜ਼ੁਰਗ ਉਹੀ 5 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਘੁੰਮਦੇ ਰਹੇ ਤੇ ਸਾਨੂੰ ਪਤਾ ਵੀ ਨਹੀਂ ਲੱਗਿਆ। ਬਲਬੀਰ ਸਿੰਘ ਜੀ ਜੋ ਕਿ 3 ਟਾਈਮ ਓਲੰਪਿਕ ਗੋਲਡ ਮੈਡਲਿਸਟ ਸੀ। ਦੈਟਸ ਰਾਈਟ, ਐਂਡ ਬਲਬੀਰ ਸਿੰਘ ਜੀ ਐਕਚੁਅਲੀ ਹਾਕੀ ਲੈਜੈਂਡ ਸੀ, ਔਰ ਉਹਨਾਂ ਨੂੰ ਤੁਸੀਂ ਇਹ ਦੇਖੋ ਵੀ ਉਹਨਾਂ ਨੂੰ ਪਦਮ ਜਿਹੜਾ ਸ਼੍ਰੀ ਦੇ ਅਵਾਰਡ ਨਾਲ ਵੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੀ। ਉਹ ਕੁਝ ਦਿਨ ਤੋਂ ਮੋਹਾਲੀ ਦੇ ਜਿਹੜੇ ਫੋਰਟਿਸ ਹਸਪੀਟਲ ਨੇ ਨਾ, ਮਈ 8 ਤੋਂ ਉੱਥੇ ਜਿਹੜੇ ਆਏ ਸੀ, ਉਹਨਾਂ ਨੂੰ ਸਾਹ ਦੀ ਕੁਝ ਪ੍ਰੋਬਲਮ ਆ ਰਹੀ ਸੀ। ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਵੇਖਦੇ ਵਿਊਅਰਸ ਦਾ ਸਵਾਗਤ ਹੈ ਅੱਜ ਦੇ ਮਾਰਨਿੰਗ ਸ਼ੋਅ ਦੇ ਵਿੱਚ। ਮੈਂ ਹਾਂ ਤੁਹਾਡੀ ਆਪਣੀ ਸੁਖੀ ਐਂਡ ਵੈਲਕਮ ਟੂ ਦ ਸ਼ੋਅ। ਇਟਸ ਮੰਡੇ ਲਾਈਵ ਫਰਮ ਸਰੀ। ਸੋ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਵਾਸਤੇ ਜਿਹੜੀ ਨਵੀਆਂ ਹੈਡਲਾਈਨਸ ਆ ਉਹ ਲੈ ਕੇ ਤੁਹਾਡੇ ਲਈ ਅਸੀਂ ਹਾਜ਼ਰ ਹਾਂ। ਸੋ ਬਾਲੀ ਦੇਰ ਨਾਲ ਆਉਂਦੇ ਹੋਏ ਆਓ ਆਪਾਂ ਰਲ ਕੇ ਸਵਾਗਤ ਕਰੀਏ ਮਾਈ ਬਿਊਟੀਫੁਲ ਕੋ-ਹੋਸਟ ਅੰਮ੍ਰਿਤ ਪੱਟੀ ਜੋ ਕਿ ਸਟੂਡੀਓ ਪਹੁੰਚੇ ਹੋਏ ਆ। ਤੁਹਾਨੂੰ ਯਾਦ ਕਰਾ ਦੀ ਇੱਕ ਵਾਰੀ, ਇਹ ਫੇਸਬੁੱਕ 'ਤੇ ਵੀ ਲਾਈਵ ਚੱਲ ਰਿਹਾ। ਜੇ ਤੁਸੀਂ ਇਸ ਵੇਲੇ ਫੇਸਬੁੱਕ ਦੇ ਉੱਤੇ ਹੈਗੇ ਆ, ਜ਼ਰੂਰ ਇਹਨੂੰ ਸ਼ੇਅਰ ਕਰੋ ਐਂਡ ਜਿਹੜੇ ਹੋਰ ਵੀ ਸਾਡੇ ਦਰਸ਼ਕ ਆ ਦੁਨੀਆ ਭਰ ਜਿਹੜੇ ਜੁੜੇ ਆ ਉਹਨਾਂ ਤੱਕ ਵੀ ਇਹ ਖਬਰਾਂ ਪਹੁੰਚਣ। ਸੋ ਅੰਮ੍ਰਿਤ ਜੀ, ਗੁੱਡ ਮਾਰਨਿੰਗ ਐਂਡ ਵੈਲਕਮ ਟੂ ਦ ਸ਼ੋਅ। ਗੁੱਡ ਮਾਰਨਿੰਗ ਸੁਖੀ ਐਂਡ ਚੈਨਲ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ। ਅੰਮ੍ਰਿਤ, ਹਾਊ ਵਾਜ਼ ਯੂਰ ਵੀਕਐਂਡ? It was very good. It was good? It was very good. Yep. Actually, मैं try ਕੀਤੀ ਕਿ ਕਿਸੇ beach ਤੇ ਜਾਈਏ, try ਕੀਤੀ ਵੀ ਕਿਸੇ park ਤੇ ਜਾਈਏ, but it was too crowded. It was too crowded. ਇਹਦੇ ਬਾਰੇ ਆਪਾਂ ਅੱਗੇ ਜਾ ਕੇ ਗੱਲ ਕਰਦੇ ਹਾਂ, ਕਿਉਂਕਿ ਮੈਨੂੰ ਲੱਗਦਾ ਹੈ ਕਿ ਜਿਹੜੀਆਂ restrictions lift ਹੋ ਗਈਆਂ ਆ, ਕਿ ਜਿਹੜਾ normal spring ਆ, normal summer ਆ, ਉਹ ਸ਼ੁਰੂ ਹੋ ਗਿਆ, but without the restrictions ਜਿਹੜੀਆਂ ਆ ਹੈਲਥ ਅਫੀਸ਼ੀਅਲਸ ਨੇ ਬਿਲਕੁਲ ਸਹੀ ਹੈ ਨਾ ਗਾਈਡਲਾਈਨਸ ਜਿਹੜੀਆਂ ਦਿੱਤੀਆਂ। ਸੋ ਉਹਦੇ ਬਾਰੇ ਵੀ ਆਪਾਂ ਗੱਲ ਕਰਦੇ ਹਾਂ, ਬਟ ਇੱਕ ਬਹੁਤ ਜ਼ਿਆਦਾ ਜਿਹੜੀ ਦੁੱਖ ਵਾਲੀ ਖਬਰ ਆ ਅਸੀਂ ਸ਼ੇਅਰ ਕਰਨਾ ਚਾਹੁੰਦੇ ਹਾਂ। ਤੁਸੀਂ ਜਾਣਦੇ ਪਿਛਲੇ ਦਿਨੀ ਸਾਡੇ ਸਟੂਡੀਓਜ਼ ਦੇ ਵਿੱਚ ਹਰਬਿੰਦਰ ਕੌਰ ਫੰਗੂਰਾ ਪਹੁੰਚੇ ਹੋਏ ਸੀਗੇ, ਜੋ ਕਿ ਬੇਟੀ ਸਨ ਜਰਨੈਲ ਸਿੰਘ ਸੰਘੇੜੇ ਦੀ, ਅਤੇ ਤੁਹਾਨੂੰ ਪਤਾ ਮਈ 15 ਤੋਂ ਆਪਣੇ ਘਰ ਤੋਂ ਲਾਪਤਾ ਸੀਗੇ। ਐਂਡ ਅਨਫੋਰਚੂਨੇਟਲੀ ਕੱਲ੍ਹ ਉਹ ਖਬਰ ਆਈ ਜਿਹੜੀ ਅਸੀਂ ਅਰਦਾਸ ਕਰਕੇ ਪ੍ਰੇ ਕਰਦੇ ਸੀ ਵੀ ਸਾਨੂੰ ਨਾ ਸੁਣਨ ਨੂੰ ਮਿਲੇ। ਐਂਡ ਸੋ ਅਨਫੋਰਚੂਨੇਟਲੀ ਜਰਨੈਲ ਸਿੰਘ ਸੰਘੇੜਾ, ਜਿਹਨੂੰ ਪਾਪਾ ਜੀ ਕਹਿ ਕੇ ਬੁਲਾਇਆ ਜਾਂਦਾ ਸੀ, ਉਹਨਾਂ ਦੀ ਕੱਲ੍ਹ ਲਾਸ਼ ਡੈਲਟਾ ਦੇ ਵਿੱਚ ਲੱਭੀ ਗਈ। ਐਂਡ ਇਟ ਵਾਜ਼ ਅ ਵੁਡਡ ਏਰੀਆ, ਸਵੈਨਸਨ ਨੋਰਡਲ ਵੇ, ਡੈਲਟਾ ਦੇ ਵਿੱਚੋਂ ਸਿਰਫ 5 ਕਿਲੋਮੀਟਰ ਉਹਨਾਂ ਦੇ ਘਰ ਤੋਂ। Oh my God. Yeah, so 7 ਵਜੇ ਖਬਰ ਸਾਨੂੰ ਮਿਲੀ ਸੀਗੀ। ਅਸੀਂ ਅਥੋਰਿਟੀਜ਼ ਲਈ ਅਸੀਂ ਓਬਵੀਅਸਲੀ ਉਹਨਾਂ ਨੂੰ ਫੈਮਿਲੀ ਨੂੰ ਨੋਟੀਫਾਈ ਕਰਨਾ ਪੈਂਦਾ ਆ, ਸੋ ਅਸੀਂ ਵੇਟ ਕੀਤੀ ਬਿਫੋਰ ਇਟ ਵਾਜ਼ ਕਨਫਰਮਡ ਐਂਡ ਪਤਾ ਲੱਗਾ। ਸੋ ਥੋੜ੍ਹੀ ਜਿਹੀ ਇਹ ਸੀਗਾ ਕਿ ਪਿਛਲੇ ਦਿਨੀ ਉਸ ਤੋਂ ਇੱਕ ਦਿਨ ਪਹਿਲਾਂ ਇੱਕ ਨਵੀਂ ਉਹਨਾਂ ਦੀ ਸਾਈਟਿੰਗ ਕਨਫਰਮ ਹੋਈ ਸੀਗੀ ਇੰਡਸਟਰੀਅਲ ਏਰੀਆ ਦੇ ਵਿੱਚ ਦੱਸੇ ਸੀਗੇ ਉਹ। ਸੋ ਕਾਫੀ ਉੱਥੇ ਜਿਹੜੀ ਕੈਨਵਸਿੰਗ ਹੁੰਦੀ ਸੀਗੀ, ਰੈਸਕਿਊਜ਼ ਤੁਹਾਨੂੰ ਪਤਾ ਟੀਮ ਸੀਗੀ ਉੱਥੇ ਇਨਵੋਲਵਡ, ਅਤੇ ਵੋਲੰਟੀਅਰਸ 200 ਤੋਂ ਉੱਤੇ ਬੰਦੇ ਸੀਗੇ ਜਿਹੜੇ ਐਕਟਿਵਲੀ ਉਹਨਾਂ ਲਈ ਸਰਚ ਕਰਦੇ ਸੀ almost 9 days.
ਸੁਖੀ 9 ਡੇਜ਼ ਬਜ਼ੁਰਗ ਰਹੇ ਕਿੱਥੇ ਹੋਣੇ ਆ ਵਿਚਾਰੇ Yeah, I think ਵੱਡੀ question ਦੇ ਇਹ ਹੈ। ਉੱਪਰ ਹਾਂ ਸੜਕਾਂ ਦੇ ਉੱਪਰ ਜੇ ਉਹ ਚੱਲਦੇ ਸੀ ਆਫਟਰ ਉਹਨਾਂ ਨੇ ਕੁਝ ਖਾਦਾ ਪੀਤਾ ਹੋਣਾ ਜਾਂ ਉਹ ਕਿਤੇ ਬੈਠੇ ਹੋਣੇ ਆ ਕਿਤੇ ਥੋੜੀ ਦੇਰ ਵਾਸਤੇ ਉਹਨਾਂ ਨੇ ਰੈਸਟ ਕੀਤੀ ਹੋਣੀ ਹੈ ਕਿਤੇ ਸੁੱਤੇ ਹੋਣੇ ਆ 9 ਡੇਜ਼ ਬਜ਼ੁਰਗ ਉਹੀ 5 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਘੁੰਮਦੇ ਰਹੇ ਤੇ ਸਾਨੂੰ ਪਤਾ ਵੀ ਨਹੀਂ ਲੱਗਿਆ ਐਂਡ ਆਪਾਂ ਇਦਾਂ ਹੀ ਆ ਜਦੋਂ ਆਪਾਂ ਕੋਈ ਵੀ ਬਜ਼ੁਰਗ ਜਾਂ ਕਿਸੇ ਨੂੰ ਆਪਾਂ ਤੁਰੇ ਫਿਰਦੇ ਦੇਖਦੇ ਆਪਾਂ ਨੂੰ ਇਹ ਲੱਗਦਾ ਵੀ ਇਧਰ ਫਾਈਨ ਤੁਰੇ ਜਾਂਦੇ ਆਪਾਂ ਬਾਲਾ ਗੌਰ ਨਹੀਂ ਕਰੀਦੀ ਪਰ ਮੇਰਾ ਖਿਆਲ ਹੋ ਸਕਦਾ ਵੀ ਉਹ ਰੈਜ਼ੀਡੈਂਸ਼ੀਅਲ ਏਰੀਆ ਦੇ ਵਿੱਚ ਨਹੀਂ ਸੀਗੇ ਕਰਕੇ ਇੰਡਸਟਰੀਅਲ ਏਰੀਆ ਦੇ ਵਿੱਚ ਸੀ ਸ਼ਾਇਦ ਉੱਥੇ ਜਿਹੜੀ ਆਵਾਜਾਈ ਘੱਟ ਹੋਊਗੀ ਪਰ ਯੂ نو ਇਟਸ ਰੀਅਲੀ ਸੈਡ ਇੱਕ ਤੁਹਾਨੂੰ ਪਤਾ ਫੇਸਬੁੱਕ ਜਿਹੜਾ ਪੇਜ ਆ ਬਣਾਇਆ ਗਿਆ ਸੀ ਫੈਮਿਲੀ ਤੇ ਵਲੰਟੀਅਰਸ ਵੱਲੋਂ ਮੈਂ ਪੜ੍ਹਨਾ ਚਾਹੂੰਗੀ ਅੱਜ ਉੱਥੇ ਕੀ ਲਿਖਿਆ ਸੀਗਾ ਯੂ نو ਸੋ ਦਿਸ ਇਜ਼ ਫਰਮ ਦ ਫੇਸਬੁੱਕ ਪੇਜ ਮਿਸਿੰਗ ਸੀਨੀਅਰ ਜਰਨੈਲ ਸਿੰਘ ਸੰਘੇੜਾ Papa Ji was a loving dad, grandfather and a great-grandfather. He has left behind a heartbroken family who adores him and will carry on his legacy. He absolutely loved nature and all animals. He's probably smiling down on us, witnessing our community come together in an attempt to find him. Thank you to all the individuals who helped us in our efforts to find our Papa Ji. We felt your love and support throughout this past week. We saw the community come together in a heartwarming way. Even though Papa Ji is no longer with us, he can finally be at peace. We as his family were truly heartwarmed by all your efforts and will forever be thankful. Thank you all once again, Sanghera, Sahota and Fagura family. You know, reading it just breaks my heart. You know, dil nu kuch hunda hai ki ਇੱਕ ਇਹੋ ਜਿਹੀ ਨਹੀਂ ਇਹ ਸਿਰਫ ਕਿ ਸਾਡੇ ਸਾਊਥ ਏਸ਼ੀਅਨ ਸੀਨੀਅਰ ਸੀਗੀ ਪਰ ਕਮਿਊਨਿਟੀ ਕਿਵੇਂ ਇਕੱਠੀ ਹੋਈ ਟੂ ਫਾਈਂਡ ਹਿਮ ਸੈਡ ਐਂਡ ਵੈਰੀ ਸੈਡ ਐਂਡ ਸੁਖੀ ਬਹੁਤ ਸਾਰੇ ਇਹ ਪੋਸਟਰਸ ਮੈਂ ਲੱਗੇ ਵੇਖੇ ਨੇ ਇਹ ਜਿੰਨੇ ਵੀ ਆਪਣੇ ਜਿਹੜੇ ਬੱਸ ਸਟੈਂਡਸ ਨੇ ਉਹਨਾਂ ਦੇ ਉੱਪਰ ਇਹ ਪੋਸਟਰਸ ਲੱਗੇ ਹੋਏ ਸੀ ਬਹੁਤ ਸਾਰੇ ਟਰੀਜ਼ ਦੇ ਉੱਪਰ ਇਹ ਪੋਸਟਰਸ ਲੱਗੇ ਹੋਏ ਸੀ ਸੋ ਫੈਮਿਲੀ ਨੇ ਬਹੁਤ ਮਿਹਨਤ ਕੀਤੀ ਹੈਗੀ ਆ ਆਪਣੇ ਪਾਪਾ ਜੀ ਨੂੰ ਐਕਚੁਅਲੀ ਲੋਕੇਟ ਕਰਨ ਦੇ ਵਾਸਤੇ ਬਟ ਕਈ ਵਾਰੀ ਡੈਸਟੀਨੀ ਨੂੰ ਕੁਝ ਹੋਰ ਮਨਜ਼ੂਰ ਹੁੰਦਾ ਜੀ ਆਬਵੀਅਸਲੀ ਇਹ ਤੋਂ ਬਾਅਦ ਯੂ نو ਇਹ ਵੀ ਗੱਲਬਾਤ ਹੈਗੀ ਕਿ ਜਿਹੜੇ ਸੀਨੀਅਰਸ ਨੇ ਸਾਡੀ ਕਮਿਊਨਿਟੀ ਦੇ ਵਿੱਚ ਡਿਮੈਂਸ਼ੀਆ ਹੈਗੀ ਕਿ ਜਦੋਂ ਘਰੋਂ ਜਾਂਦੇ ਵੀ ਇਹਦਾ ਕੋਈ ਜੀ ਟਰੈਕਿੰਗ ਡਿਵਾਈਸ ਵੀ ਉਹਨਾਂ ਤੇ ਹੋਣੀ ਚਾਹੀਦੀ ਕਿ ਨਹੀਂ ਸੋ ਦੋਜ਼ ਆਰ ਥਿੰਗਸ ਆਈ ਥਿੰਕ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਜਿਹਨਾਂ ਦੀ ਫੈਮਿਲੀਜ਼ ਖਾਸ ਕਰਕੇ ਯੂ نو ਦੈਟ ਆਰ ਅਫੈਕਟਡ ਵਿਦ ਡਿਮੈਂਸ਼ੀਆ ਜਾਂ ਜਿਹਨਾਂ ਦੇ ਸੀਨੀਅਰਸ ਬਾਹਰ ਜਾਂਦੇ ਜਿਹੜੇ ਭੁੱਲ ਜਾਂਦੇ ਆ ਵੀ ਉਹਨਾਂ ਨੂੰ ਕਿਵੇਂ ਲੋਕੇਟ ਕਰਨਾ ਜਿਹਨਾਂ ਕੋਲ ਫੋਨ ਹੈ ਨਹੀਂਗਾ ਪਰ ਆਰ ਥਾਟਸ ਐਂਡ ਆਰ ਯੂ نو ਆਰ ਹਾਰਟ ਗੋਜ਼ ਆਊਟ ਟੂ ਦ ਫੈਮਿਲੀ ਇੱਕ ਹੋਰ ਕਮਿਊਨਿਟੀ ਵਾਸਤੇ ਜਿਹੜੀ ਖਬਰ ਆ ਬਹੁਤ ਸੈਡ ਨਿਊਜ਼ ਅਗੇਨ ਬਲਬੀਰ ਸਿੰਘ ਜੀ ਜੋ ਕਿ 3-time Olympic gold medalist ਸੀ ਦੈਟਸ ਰਾਈਟ ਐਂਡ ਬਲਬੀਰ ਸਿੰਘ ਜੀ ਐਕਚੁਅਲੀ ਹਾਕੀ ਲੈਜੈਂਡ ਸੀਗੇ ਜੀ ਔਰ ਉਹਨਾਂ ਨੂੰ ਤੁਸੀਂ ਇਹ ਦੇਖੋ ਵੀ ਉਹਨਾਂ ਨੂੰ ਪਦਮ ਜਿਹੜਾ ਸ਼੍ਰੀ ਦੇ ਅਵਾਰਡ ਨਾਲ ਵੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੀ ਉਹ ਕੁਝ ਦਿਨ ਤੋਂ ਮੋਹਾਲੀ ਦੇ ਜਿਹੜੇ ਫੋਰਟਿਸ ਹਸਪੀਟਲ ਨੇ ਨਾ ਮਈ 8 ਤੋਂ ਉੱਥੇ ਜਿਹੜੇ ਆਏ ਸੀ ਉਹਨਾਂ ਨੂੰ ਸਾਹ ਦੀ ਕੁਝ ਪ੍ਰੋਬਲਮ ਆ ਰਹੀ ਸੀ ਇਨ ਐਂਡ ਆਊਟ ਕਾਫੀ ਵਾਰੀ ਹੋਏ ਨੇ ਉਹ ਫੋਰਟਿਸ ਹਸਪੀਟਲ ਦੇ ਵਿੱਚ ਉਹ ਕਹਿੰਦੇ ਅਭਿਜੀਤ ਸਿੰਘ ਡਾਇਰੈਕਟਰ ਫੋਰਟਿਸ ਮੋਹਾਲੀ ਉਹਨਾਂ ਨੇ ਦੱਸਿਆ ਕਿ ਹੁਣ ਉਹਨਾਂ ਦੀ ਖੈਰ ਮੌਤ ਦੀ ਜਿਹੜੀ ਖਬਰ ਆ ਚੁੱਕੀ ਹੈ ਇੱਕ ਨਾ ਹਾਕੀ ਦੀ ਜਿਹੜੀ ਹਿਸਟਰੀ ਬੇਸਿਕਲੀ ਅਸੀਂ ਇਹ ਕਹਿ ਸਕਦੇ ਹਾਂ ਉਹਦੇ ਵਿੱਚ ਇੱਕ ਬਹੁਤ ਵੱਡਾ ਨਾਮ ਸੀ ਇਹਨਾਂ ਜੀ ਬਿਲਕੁਲ ਬਹੁਤ ਵੱਡਾ ਨਾਮ ਜਿਹਨੂੰ ਸਾਰੇ ਲੋਕ ਦੇਖਦੇ ਸੀ ਉਹਨਾਂ ਵਾਸਤੇ ਉਹ ਰੋਲ ਮਾਡਲ ਸੀਗੇ ਲੇਕਿਨ ਅੱਜ ਉਹਨਾਂ ਦੀ ਮੌਤ ਦੇ ਨਾਲ ਕਾਫੀ ਜ਼ਿਆਦਾ ਨੁਕਸਾਨ ਹੋਇਆ ਸਪੈਸ਼ਲੀ ਹਾਕੀ ਦੇ ਜਿੰਨੀ ਵੀ ਵਰਲਡ ਹੈ ਆਈ ਨਹੀਂ ਹੁੰਦਾ ਹਰੇਕ ਜਿਹੜੀ ਗੇਮ ਹੁੰਦੀ ਹੈ ਨਾ ਉਹਨਾਂ ਦੀ ਆਪਣੀ ਇੱਕ ਦੁਨੀਆ ਹੁੰਦੀ ਹੈ ਜਿਹਦੇ ਵਿੱਚ ਉਹ ਰਹਿੰਦੇ ਨੇ ਬਹੁਤ ਜ਼ਿਆਦਾ ਧੱਕਾ ਲੱਗਿਆ ਹਾਕੀ ਦੇ ਜਿੰਨੇ ਵੀ ਫੈਨ ਸੀ ਉਹਨਾਂ ਨੂੰ ਔਰ ਬਲਬੀਰ ਸਿੰਘ ਸੀਨੀਅਰਸ ਜੀ ਜਿਹੜੇ ਹੈਗੇ ਨੇ ਉਹ 1956 ਦੇ ਵਿੱਚ ਓਲੰਪਿਕ ਜਿਹੜੀ ਆਪਣੀ ਇੰਡੀਆ ਟੀਮ ਸੀ ਉਹਨੂੰ ਉਹਦੇ ਕੈਪਟਨ ਰਹੇ ਨੇ ਤੇ ਉਸ ਤੋਂ ਬਾਅਦ 1975 ਦੇ ਵਿੱਚ ਵਰਲਡ ਕੱਪ ਵਿਨਿੰਗ ਟੀਮ ਜਿਹੜੀ ਹੈ ਬਹੁਤ ਵੱਡੀ ਗੱਲ ਸੀ ਸੁਖੀ ਵਰਲਡ ਕੱਪ ਵਿਨਿੰਗ ਟੀਮ ਉਹਨੂੰ ਵੀ ਉਹਨਾਂ ਨੇ ਮੈਨੇਜ ਕੀਤਾ ਉਹਦੇ ਵਿੱਚ ਵੀ ਉਹ ਸੀਗੇ ਸੋ very sad news ਇੱਕ ਜਗਤ ਦੇ ਲਈ ਸਪੈਸ਼ਲੀ ਹਾਕੀ ਦੇ ਲਈ ਬਾਕੀ ਸਾਡੇ ਸਾਰਿਆਂ ਦੇ ਲਈ he was a role model he was 1947 ਚ ਉਹਨਾਂ ਨੇ ਆਪਣੀ ਡੈਬਿਊ ਕੀਤੀ ਆ and you know in this and to represent the Sikh community ਇੱਥੇ ਵੀ ਉਹ ਆਏ ਸੀ ਵਿਜ਼ਿਟ ਕਰਨ ਵੀ ਉਹ ਆਏ ਸੀਗੇ ਇੱਥੇ ਸਟੂਡੀਓ ਦੇ ਵਿੱਚ ਵੀ ਆ ਕੇ ਗਏ ਨੇ yeah definitely so you know cardiac arrest ਦੇ ਨਾਲ ਉਹ ਜਦੋਂ ਪੂਰੇ ਹੋਇਆ breathing problems so it's really sad you know he lived a good life ਕਾਫੀ role model ਸੀਗੇ ਤੇ he's going to be missed by a lot of course definitely ਹਾਂ So ਹੁਣ ਆਪਾਂ ਜੇ you know obviously ਆਪਾਂ ਸ਼ੁਰੂਆਤ Monday morning ਬਹੁਤ ਦੋ sad news ਆ ਆਪਾਂ ਕੀਤੀ ਆ there's still more bad news in this world corona ਨੂੰ ਲੈ ਕੇ ਅਮਰਤ ਜੀ obviously ਆਪਾਂ numbers ਜਿਹੜੇ ਆ ਹਜੇ ਕੋਈ ਇੱਦਾਂ stagnant ਨਹੀਂ ਦੇਖੇ ਕੋਈ line ਨਹੀਂ ਆਈ ਕਿ ਵੀ ਹੁਣ ਥੱਲੇ ਆ ਰਹੇ ਆ but ਜਿਹੜੇ I think ਜਿਹੜੀ ਸਾਡੀ mindset ਆ ਜਿਹੜੇ ਥੋੜੇ restrictions lift ਹੋ ਰਹੇ ਆ ਜਿੱਥੇ ਅਸੀਂ ਦੇਖਦੇ ਥੋੜੀ ਜਿਹੀ normalization ਦੁਨੀਆ ਦੇ ਵਿੱਚ ਹੋ ਰਹੀ ਆ ਖਾਸ ਕਰਕੇ ਜਦੋਂ weekend ਆਉਂਦੀ ਆ weather ਸੋਹਣਾ ਹੁੰਦਾ parks ਖੁੱਲ ਥੋੜੀਆਂ ਬਹੁਤੀਆਂ but
ਮੇਰਾ ਖਿਆਲ ਪਤਾ ਨਹੀਂ ਕਿਉਂ ਸਮਝ ਹੀ ਨਹੀਂ ਆਉਂਦੀ ਸਮਥਿੰਗ ਥੋੜਾ ਜਿਹਾ ਜਿਹੜਾ ਨਹੀਂ ਗੱਲਬਾਤ ਜਿਹੜੀ ਠੀਕ ਹੈ, ਜਿੱਥੇ ਮੈਨੂੰ ਲੱਗਦਾ ਕਾਮਨ ਸੈਂਸ ਥੋੜਾ ਜਿਹਾ ਸਾਡਾ ਬਾਹਰ ਚਲ ਗਿਆ ਕਿਤੇ। ਉਹੀ ਜਿਵੇਂ ਅਸੀਂ ਪਹਿਲਾਂ ਵੀ ਗੱਲ ਕਰਦੇ ਹਾਂ ਵੀ ਕਾਮਨ ਸੈਂਸ ਇਜ਼ ਨਾਟ ਕਾਮਨ। ਬਟ ਅਮਿਤ ਲੋਕੀ ਕਿਉਂ ਨਹੀਂ ਸਮਝਦੇ ਵੀ ਇਹ ਹਜੇ ਖਤਰਾ ਹੈਗਾ ਆ। ਲੋਕੀ ਫੇਰ ਵੀ ਘੁੰਮਣ ਜਾ ਰਹੇ ਆ, ਕੰਟੈਕਟ ਦੇ ਵਿੱਚ ਆ ਰਹੇ ਆ, 2-2 ਮੀਟਰ ਦਾ ਫਰਕ ਨਹੀਂ ਰੱਖ ਰਹੇ, ਪਾਰਕਸ ਦੇ ਵਿੱਚ ਗਰੁੱਪਸ ਦੇ ਵਿੱਚ ਬੈਠੇ ਇਕੱਠੇ। ਇਹ ਨਹੀਂ ਸਮਝ ਆ ਰਹੀ ਵੀ 2 ਮੀਟਰ ਹੁੰਦਾ ਕਿੰਨਾ ਹੈ। ਆਪਾਂ ਐਂ ਕਰੀਏ ਇੱਕ ਦਿਨ ਪੂਰਾ ਨਾ ਫੁੱਟਾ ਲਿਆਈਏ, ਇੱਕ 6 ਫੁੱਟ ਬਣਾ ਕੇ ਫਿਰ ਇੱਥੇ ਦਿਖਾਈਏ ਫ੍ਰੀ ਦੇ ਵਿੱਚ ਆਪਾਂ ਵੰਡੀਏ, ਫ੍ਰੀ ਚ ਵੰਡੀਏ ਆਪਾਂ ਉਹਨਾਂ ਨੂੰ ਵੀ ਆ ਲਓ, ਯੂ ਨੋ ਡੋਨਟ ਟੱਚ ਐਨੀਵਨ। ਸੋ ਯੂ ਨੋ ਕਰੋਨਾ ਇਜ਼ ਨਾਟ ਗਨ। ਕਰੋਨਾ ਹਜੇ ਹੈਗਾ ਦੁਨੀਆ ਦੇ ਵਿੱਚ। ਕਰੋਨਾ ਬਹੁਤ ਵੱਡੇ ਨੰਬਰਾਂ ਦੇ ਵਿੱਚ ਜਿਹੜੇ ਤੁਸੀਂ ਸਾਨੂੰ ਦੱਸੋਗੇ। ਸੋ ਪਹਿਲਾਂ ਉਹ ਦੱਸੋ ਸਾਨੂੰ ਨੰਬਰਸ, ਫਿਰ ਆਪਾਂ ਥੋੜੇ ਜਿਹੇ ਸਾਡੇ ਵਿਊਅਰਸ ਨਾਲ ਇਹਦੀ ਗੱਲਬਾਤ ਕਰਦੇ ਹਾਂ ਵੀ ਵਾਟਸ ਹੈਪਨਿੰਗ ਦੈਟ ਸ਼ੁਡਨਟ ਬੀ ਹੈਪਨਿੰਗ ਇਨ ਦ ਵਰਲਡ। that's right ਸੋ ਕਿ ਟੋਟਲ ਨੰਬਰ ਜਿਹੜੇ ਸਾਰੀ ਦੁਨੀਆ ਦੇ ਵਿੱਚ 5.54 ਮਿਲੀਅਨ ਹੋ ਚੁੱਕੇ ਨੇ। 5.5 ਮਿਲੀਅਨ 5.5 ਮਿਲੀਅਨ 55 ਲੱਖ ਤੋਂ ਉੱਪਰ ਜਿਹੜੀ ਹੈ ਉਹ ਟੋਟਲ ਗਿਣਤੀ ਚਲੀ ਗਈ ਹੈ। ਜਿਹੜੀਆਂ ਮੌਤਾਂ ਦੀ ਗਿਣਤੀ ਹੈ ਉਹ 3,47,400 ਨੂੰ ਟੱਪ ਚੁੱਕੀ ਹੈ। ਜੇ ਅਸੀਂ ਗੱਲ ਕਰਦੇ ਹਾਂ ਸਿੰਪਲੀ ਵੀ ਯੂਐਸ ਦੇ ਵਿੱਚ ਇਕੱਲੇ ਚ ਦੇਖਦੇ ਹਾਂ 16,88,000 1.68 million people are infected from coronavirus। ਠੀਕ ਹੈ, ਔਰ ਆਲਮੋਸਟ 1 ਲੱਖ ਦੇ ਨੇੜੇ ਤੇੜੇ ਉੱਥੇ ਦੀਆਂ ਮੌਤਾਂ ਜਿਹੜੀਆਂ ਨੇ ਉਹ ਹੋ ਚੱਲੀਆਂ ਨੇ। 99,348 ਮੌਤਾਂ ਉੱਥੇ ਹੋ ਚੁੱਕੀਆਂ ਜੀ। ਕੱਲ ਇੱਕ ਦਿਨ ਦੇ ਵਿੱਚ 19,000 ਨਵੇਂ ਕੇਸ ਆਏ ਨੇ। ਠੀਕ ਹੈ, that's a huge number। ਇੱਕ ਦਿਨ ਦੇ ਵਿੱਚ 19,000। ਔਰ ਸੁਖੀ ਇਹ 19,000 ਤੋਂ ਬਾਅਦ ਹੋਇਆ ਕੀ ਤੁਸੀਂ ਇਮੇਜਿਨ ਕਰੋ ਵੀ ਕੱਲ ਆਹ ਲੌਂਗ ਵੀਕਐਂਡ ਹੈ, ਮੈਮੋਰੀਅਲ ਡੇ ਵੀਕਐਂਡ ਹੈਗਾ, ਐਂਡ ਐਵਰੀਬਾਡੀ ਇਜ਼ ਔਨ ਦ ਬੀਚ। ਜਿੰਨਾ ਉੱਥੇ ਫਲੋਰੀਡਾ ਹੈ ਬੀਚ ਉੱਥੇ ਭਰੇ ਹੋਏ ਸੀ, ਸਾਰੇ ਕੈਲੀਫੋਰਨੀਆ ਦੇ ਬੀਚ ਭਰੇ ਹੋਏ ਨੇ। ਜੇ ਤੁਸੀਂ ਮਿਜ਼ੋਰੀ ਦੇ ਵਿੱਚ ਬਹੁਤ ਜ਼ਿਆਦਾ ਭਰੀਆਂ ਹੋਈਆਂ ਨੇ ਬਾਰਸ ਐਂਡ ਪੂਰਾ ਨਾਈਟ ਕਲੱਬ, ਡੇ ਕਲੱਬ, ਜੋ ਵੀ ਤੁਸੀਂ ਕਹਿਣਾ ਮਾਹੌਲ ਉੱਥੇ ਬਣਿਆ ਪਿਆ ਸੀਗਾ। ਤੇ ਗਰੁੱਪਸ ਟੋਲੇ ਦੇ ਟੋਲੇ, ਤੇ ਇਦਾਂ ਜਿੱਦਾਂ ਵੇਗਸ ਦੇ ਵਿੱਚ ਪੂਲ ਪਾਰਟੀ ਨਹੀਂ ਹੁੰਦੀ, ਉਹ ਹਾਲ ਉੱਥੇ ਹੋਇਆ ਸੀ। ਬਿਲਕੁਲ ਸਹੀ ਗੱਲ। ਸੋ ਜਿਸ ਕੰਟਰੀ ਦੇ ਵਿੱਚ 1 ਲੱਖ ਦੇ ਨੇੜੇ ਮੌਤ ਹੋ ਜੇ, ਉਹ ਲੋਕ ਹਲੇ ਵੀ ਇੰਨੀ ਫ੍ਰੀ ਇਸ ਹਿਸਾਬ ਨਾਲ ਘੁੰਮ ਰਹੇ ਆ ਜਿਵੇਂ ਹੋਇਆ ਹੀ ਕੁਛ ਨਹੀਂ। ਪਰ ਉਹ ਉਹਨਾਂ ਦਾ ਜਿਹੜਾ ਤੁਸੀਂ ਕਹਿ ਸਕਦੇ ਪ੍ਰੈਜ਼ੀਡੈਂਟ ਖੁਦ ਕਹਿੰਦਾ ਵੀ ਕੋਈ ਗੱਲ ਨਹੀਂ, ਸਾਨੂੰ ਬਿਜ਼ਨਸ ਦਾ ਧਿਆਨ ਜ਼ਿਆਦਾ, ਜੇ ਮੌਤਾਂ ਹੁੰਦੀਆਂ ਹੋ ਰਹੀਆਂ ਹੈ ਪਰ ਸਾਨੂੰ ਜਿੱਥੋਂ ਰੈਵਨਿਊ ਆਉਂਦਾ ਸੀ ਤਾਂ ਉਹੀ ਵੇਖਣਾ। ਸੋ ਤੁਹਾਨੂੰ ਕੀ ਲੱਗਦਾ ਥੋੜਾ ਜਿਹਾ ਉਹਦਾ ਵੀ ਹੱਥ ਹੋਊਗਾ? ਬਿਲਕੁਲ ਜੀ ਬਿਲਕੁਲ, ਕਿਉਂਕਿ ਜਿਹੜੇ ਸਾਡੇ ਰੋਲ ਮਾਡਲਸ ਹੁੰਦੇ ਨੇ ਉਹਨਾਂ ਨੂੰ ਵੇਖ ਕੇ ਪਬਲਿਕ ਚੱਲਦੀ ਹੈ ਜੀ। ਜੋ ਉਹ ਕਹਿੰਦੇ ਨੇ ਅੱਜ ਤੱਕ ਮਿਸਟਰ ਟਰੰਪ ਨੇ ਕਦੇ ਵੀ ਮਾਸਕ ਨਹੀਂ ਪਾਇਆ ਤਾਂ ਜਨਤਾ ਕਿਵੇਂ ਪਾ ਲੇ? ਪਰ ਹੁਣ ਆਪਣਾ ਰੋਲ ਮਾਡਲ ਜੇ ਟਰੂਡੋ ਦੀ ਆਪਾਂ ਗੱਲ ਕਰੀਏ, ਉਹ ਤਾਂ ਬਹੁਤ ਚੰਗਾ ਹੈ, ਉਹਦੀ ਸਿਫਤਾਂ ਹੁੰਦੀਆਂ, ਪਰ ਸਾਡੇ ਜਿਹੜੇ ਕੈਨੇਡੀਅਨਸ ਉਹ ਹਟ ਗਿਆ। ਗੱਲ ਬਿਲਕੁਲ ਸਹੀ ਹੈ। ਅੱਗੇ ਚੱਲ ਕੇ ਓਨਟਾਰੀਓ ਚ ਕੈਨੇਡੀਅਨਸ ਦੀ ਵੀ ਗੱਲ ਕਰਦੇ ਹਾਂ ਜੀ, ਦੱਸੋ ਜੀ। ਸੋ ਉਸ ਤੋਂ ਬਾਅਦ ਜੇ ਸੈਕੰਡ ਨੰਬਰ ਦੇ ਉੱਪਰ ਹੁਣ ਜੇ ਮੰਨਿਆ ਕਿ ਇਹ ਬਹੁਤ ਜ਼ਿਆਦਾ ਨਾਮੋਸ਼ੀ ਦੀ ਖਬਰ ਹੈ ਜਿਹੜੀ ਕਰੋਨਾ ਵਾਇਰਸ, ਲੇਕਿਨ ਕਿਤੇ ਨਾ ਕਿਤੇ ਇਹਦੇ ਨਾਲ ਸਾਨੂੰ ਰਹਿਣਾ ਵੀ ਪੈਣਾ ਤੇ ਇਹਨੂੰ ਹਲਕਾ ਜਿਹਾ ਲਾਈਟਲੀ ਲੈਣਾ ਵੀ ਪੈਣਾ ਤਾਂ ਕਿ ਅਸੀਂ ਜ਼ਿੰਦਗੀ ਦੀ ਗੁਜ਼ਰ ਬਸਰ ਕਰ ਸਕੀਏ। ਸੋ ਬ੍ਰਾਜ਼ੀਲ ਦੇ ਵਿੱਚ ਸੈਕੰਡ ਨੰਬਰ ਤੇ ਬ੍ਰਾਜ਼ੀਲ ਹੈ। ਸਾਊਥ ਅਮਰੀਕਾ ਦੇ ਵਿੱਚ ਆਪਣਾ ਇੱਕ ਕੰਟਰੀ ਹੈਗਾ, ਤਕਰੀਬਨ 3 ਮਿਲੀਅਨ ਦੇ ਨੇੜੇ ਪਾਪੂਲੇਸ਼ਨ, 3,65,000 ਪਲੱਸ ਕੇਸਿਸ ਉੱਥੇ ਹੋ ਚੁੱਕੇ ਨੇ। ਔਰ ਉੱਥੇ 22,746 ਮੌਤਾਂ ਹੋ ਚੁੱਕੀਆਂ ਨੇ। ਕੱਲ ਇੱਕ ਦਿਨ ਦੇ ਵਿੱਚ ਸੁਖੀ 16,000 ਨਵੇਂ ਕੇਸ ਉਸ ਕੱਲੀ ਕੰਟਰੀ ਚ ਆਏ। ਵਾਓ, 19,000 ਅਮਰੀਕਾ ਚ ਤੇ ਸਿਰਫ 16,000 ਜਿਹੜੇ ਇੱਧਰ। ਔਰ ਜਿੰਨੀਆਂ ਵੀ ਬ੍ਰਾਜ਼ੀਲ ਤੋਂ ਅਮਰੀਕਾ ਆਉਣ ਵਾਲੀਆਂ ਫਲਾਈਟਸ ਨੇ, ਮਿਸਟਰ ਟਰੰਪ ਐਡਮਿਨਿਸਟ੍ਰੇਸ਼ਨ ਨੇ ਉਹ ਸਾਰੀਆਂ ਬੈਨ ਕਰਤੀਆਂ ਨੇ। ਜਿਹੜਾ ਕੋਈ 14 ਦਿਨ ਪਹਿਲਾਂ ਵੀ ਬ੍ਰਾਜ਼ੀਲ ਦੇ ਵਿੱਚੋਂ ਨਿਕਲਿਆ ਵੀ ਹੋਏਗਾ ਉਹਨੂੰ ਵੀ ਅਮਰੀਕਾ ਦੇ ਵਿੱਚ ਐਂਟਰੀ ਨਹੀਂ ਦਿੱਤੀ ਜਾਣੀ। ਸੋ ਉਹ ਕਹਿੰਦੇ ਇਹ ਜਿਹੜਾ ਰੂਲ ਹੈਗਾ May 28 ਨੂੰ ਅਸੀਂ ਅਪਲਾਈ ਕਰਦੇ ਹਾਂ। ਸੋ ਅੱਜ ਨਹੀਂ ਹੈ, May 28 ਨੂੰ ਅਪਲਾਈ ਹੋਣਾ। ਉਹ ਕਹਿੰਦੇ ਕਿਉਂਕਿ ਕੇਸਿਸ ਬਹੁਤ ਜ਼ਿਆਦਾ ਹੋ ਗਏ ਨੇ, ਅਸੀਂ ਨਹੀਂ ਚਾਹੁੰਦੇ ਵੀ ਸਾਡੇ ਇੱਧਰ ਹੋਰ ਕੇਸਿਸ ਆਣ। ਵੈਸੇ ਅਮਰੀਕਾ 'ਚ ਤਾਂ ਪਹਿਲਾਂ ਹੀ ਕੇਸਿਸ ਬਹੁਤ ਹੈ, ਬਟ ਜਾਣ ਆਉਣ ਨਾਲ ਵੱਧ ਸਕਦੇ ਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਰਾਈਟ, ਬਿਲਕੁਲ। ਔਰ ਜੇ ਤੁਸੀਂ ਉੱਥੇ ਵੇਖੋ, ਕਹਿੰਦੇ ਬ੍ਰਾਜ਼ੀਲ ਦੇ ਵਿੱਚ 1188 ਮੌਤਾਂ ਡੇ ਬਿਫੋਰ ਯੈਸਟਰਡੇ ਜਿਹੜੀ ਗੱਲ ਹੋਈ ਸੀਗੀ, ਉਹ ਕਹਿੰਦੇ ਹਰ 1.5 ਤੋਂ 2 ਮਿੰਟ ਬਾਅਦ ਇੱਕ ਲਾਸ਼ ਹੈ ਜਿਹਦੇ ਵਾਸਤੇ ਉਹਨਾਂ ਨੂੰ ਜਿਹੜੀ ਡਿਗ ਕਰਨਾ ਪੈ ਰਿਹਾ, ਔਰ ਬਹੁਤ ਜ਼ਿਆਦਾ ਵੱਡੀ ਤਾਦਾਦ ਦੇ ਵਿੱਚ ਲੋਕ ਉੱਥੇ ਕਬਰਾਂ ਖੋਦਣ ਦੇ ਵਿੱਚ ਲੱਗੇ ਹੋਏ ਨੇ। ਦੈਟ ਇਜ਼ ਰੀਅਲੀ ਸੈਡ। ਉਹਨਾਂ ਨੇ ਇੱਕ ਐਰੀਅਲ ਵਿਊ ਬਣਾਇਆ ਸੀਗਾ, ਇੰਟਰਨੈਟ ਤੇ ਦੇਖਣ ਨੂੰ ਮਿਲਿਆ ਸੀਗਾ, ਐਂਡ ਇਟਸ ਰੀਅਲੀ ਸੈਡ। ਇਟਸ ਰੀਅਲੀ ਸੈਡ। ਹੁਣ ਯੂ نو ਇਹ ਕੰਟਰੀ ਦੇ ਉੱਤੇ ਇਹ ਜਿਹੜੀ ਵਿਪਤਾ ਪਈ ਹੋਈ ਆ, ਸੋ ਯੂ نو ਹੋਪਫੁਲੀ ਦ ਨੰਬਰਸ ਕਮ ਇਨ ਕੰਟਰੋਲ ਸੂਨ। ਰਸ਼ੀਆ 3rd ਨੰਬਰ ਤੇ ਹੈ, 353,000 ਇੰਨੇ ਨੰਬਰਸ ਤੋਂ ਬਾਅਦ। ਲੇਕਿਨ ਉੱਥੇ ਨਾ ਇੱਕ ਖਾਸ ਗੱਲ ਬੜੀ ਦੇਖਣ ਨੂੰ ਮਿਲੀ ਹੈ, ਉੱਥੇ ਡੈਥ ਟੋਲ ਬਹੁਤ ਘੱਟ ਹੈ। ਸੋ ਰਿਕਵਰੀ ਹੋ ਰਹੀ ਹੈ।
ਰਿਕਵਰੀ ਜ਼ਿਆਦਾ ਹੈ, ਡੈਥ ਟੋਲ ਘੱਟ ਹੈ, ਔਰ ਜਿੰਨੇ ਲੋਕ ਜ਼ਿਆਦਾ ਉਹ ਕਿਉਂਕਿ 8000 ਦੇ ਨੇੜੇ ਤੇੜੇ ਲੋਕ ਉੱਥੇ ਨਵੇਂ ਕੇਸਿਸ ਆਏ ਨੇ ਇੱਕ ਦਿਨ ਦੇ ਵਿੱਚ, ਲੇਕਿਨ ਰਿਕਵਰ ਵੀ ਉਸੇ ਹਿਸਾਬ ਨਾਲ ਹੋ ਰਹੇ ਨੇ, ਡੈਥ ਬਹੁਤ ਜ਼ਿਆਦਾ ਘੱਟ ਹੈ, ਵਿਚ ਇਜ਼ ਵੈਰੀ ਗੁੱਡ। That is good. Yeah, good. ਹੁਣ ਗੱਲ ਕਰਦੇ ਹਾਂ ਇੰਡੀਆ ਦੀ। ਇੰਡੀਆ ਦੇ ਵਿੱਚ ਕਰੋਨਾ ਵਾਇਰਸ ਦੇ ਕੇਸਿਸ 1,40,000 ਦੇ ਨੇੜੇ ਪਹੁੰਚ ਗਏ ਨੇ। ਇੰਡੀਆ ਦੇ ਵਿੱਚ ਥੋੜਾ ਜਿਹਾ ਜ਼ਿਆਦਾ ਡਰ ਇਸ ਕਰਕੇ ਅੱਜ ਇੰਡੀਆ ਦੇ ਵਾਸਤੇ ਆਪਾਂ ਇੰਡੀਆ ਤੋਂ ਇੱਕ ਸਾਡੇ ਗੈਸਟ ਨੇ, ਉਹਨਾਂ ਨਾਲ ਗੱਲਬਾਤ ਵੀ ਕਰਾਂਗੇ Okay. ਕਿ ਇੰਡੀਆ ਦੇ ਹਾਲਾਤ ਕਿਵੇਂ ਨੇ। ਲੇਕਿਨ ਉੱਥੇ 4,041 ਮੌਤਾਂ ਹੋ ਚੁੱਕੀਆਂ ਨੇ। ਹੌਲੀ ਹੌਲੀ ਪਿਛਲੇ 3-4 ਦਿਨਾਂ ਤੋਂ ਕੇਸਿਸ ਜਿਹੜੇ ਨਵੇਂ ਨੇ ਉਹ ਵੱਧ ਰਹੇ ਨੇ। ਸੋ ਇਹਦੇ ਬਾਰੇ ਗੱਲਬਾਤ ਆਪਾਂ ਗੈਸਟ ਨਾਲ ਕਰਾਂਗੇ। ਹੁਣ ਆਉਂਦੇ ਹਾਂ ਕੈਨੇਡਾ ਤੇ। ਜੀ। ਕੈਨੇਡਾ ਵਿੱਚ 84,700 ਇੰਨੇ ਟੋਟਲ ਕੇਸਿਸ ਸੀਗੇ, 6,424 ਮੌਤਾਂ ਹੋ ਚੁੱਕੀਆਂ। ਲੇਕਿਨ ਸੁਖੀ 84,000 ਦੇ ਵਿੱਚੋਂ 43,985 ਜਿਹੜੇ ਨੇ ਉਹ ਰਿਕਵਰਡ ਨੇ। So almost half. ਆਲਮੋਸਟ ਹਾਫ ਜੀ। ਠੀਕ ਹੈ। ਉਸ ਤੋਂ ਬਾਅਦ ਐਕਟਿਵ ਕੇਸਿਸ ਨੇ ਮੌਤਾਂ ਤੇ ਰਿਕਵਰਡ ਤੋਂ ਬਾਅਦ ਉਹ 34,290 ਨੇ। ਔਰ ਕੱਲ ਜੇ ਨਵੇਂ ਕੇਸਿਸ ਦੀ ਗੱਲ ਕਰਦੇ ਹਾਂ 1,078 ਆਏ ਨੇ ਤੇ ਉਸ ਤੋਂ ਬਾਅਦ 69 ਜਿਹੜੀਆਂ ਉਹ ਡੈਥਸ ਨੇ। ਕਿਊਬੈਕ ਦੇ ਵਿੱਚ 573 ਨਿਊ ਕੇਸਿਸ, 44 ਡੈਥਸ। ਲੇਕਿਨ ਗੁੱਡ ਨਿਊਜ਼, ਮੇ 17 ਤੋਂ ਬਾਅਦ ਪਹਿਲੀ ਵਾਰੀ ਇੰਨੀ ਘੱਟ ਡੈਥ ਕਿਊਬੈਕ ਦੇ ਵਿੱਚ ਹੋਈ ਹੈ। ਯਾ ਕਿਉਂਕਿ ਮੈਨੂੰ ਪਤਾ ਉੱਥੇ ਨੰਬਰਸ ਬਹੁਤ ਜ਼ਿਆਦਾ ਹਾਈ ਸੀਗੇ, ਡੈਥਸ ਵੀ ਤੇ ਜਿਹੜੇ ਨੰਬਰਸ ਵੀ ਆ। ਬਿਲਕੁਲ। ਹੁਣ ਗੱਲ ਕਰਦੇ ਹਾਂ ਉਸ ਤੋਂ ਬਾਅਦ ਓਨਟਾਰੀਓ ਦੀ। 460 ਨਿਊ ਕੇਸਿਸ, 25 ਡੈਥਸ ਔਰ 331 ਰਿਕਵਰਡ। ਗੁੱਡ। ਵੈਰੀ ਗੁੱਡ। ਯੈਸ। ਸੋ 460 ਨਵੇਂ ਕੇਸ ਜ਼ਰੂਰ ਆਏ ਨੇ, ਲੇਕਿਨ 331 ਲੋਕ ਨਵੇਂ ਠੀਕ ਵੀ ਹੋ ਗਏ। BC ਦੀ ਜੇ ਗੱਲ ਕਰਦੇ ਹਾਂ ਜੀ, BC ਦੇ ਵਿੱਚ ਟੋਟਲ ਕੇਸਿਸ ਹੁਣ ਤੱਕ 2517 ਨੇ। ਓਕੇ। ਐਂਡ ਉਹਦੇ ਵਿੱਚੋਂ 2057 ਰਿਕਵਰਡ ਨੇ। ਵਾਓ, ਦੈਟਸ ਹਿਊਜ ਨੰਬਰ। That's right. Good. So 157 deaths हैं और active cases BC ਦੇ ਵਿੱਚ 303 ਨੇ। ਵਾਓ, ਸੋ ਬਹੁਤ ਘੱਟ ਨੰਬਰ ਆ। We are doing pretty We're good. doing really Sukhti. good, yes, Yeah. that's good But news. Look at Ontario. ਜੀ। Ontario ਦੇ ਵਿੱਚ ਕੇਸਿਸ ਇੰਨੇ ਜ਼ਿਆਦਾ, ਮੌਤਾਂ ਵੀ ਇੰਨੀਆਂ ਹੋ ਰਹੀਆਂ ਨੇ। ਔਰ ਇਸ ਵੀਕਐਂਡ ਦੇ ਉੱਪਰ ਉੱਥੋਂ ਦੇ ਪਾਰਕ ਜਿਹੜੇ ਸੀ ਐਂ ਭਰੇ ਹੋਏ ਸੀ ਜਿਵੇਂ ਪਤਾ ਨਹੀਂ ਲੋਕ ਨਾ ਸੱਚੀ ਮੁੱਚੀ ਘਰੋਂ ਬਾਹਰ ਨਿਕਲੇ, ਜੇਲਾਂ ਚੋਂ ਬਾਹਰ ਆਈਆਂ। ਜਿੱਦਾਂ ਕੈਦੀ ਬਾਹਰ ਭੱਜਦੇ ਉਦਾਂ ਬਾਹਰ ਸੀਗੇ, ਹਨਾ। ਤੁਸੀਂ ਦੇਖੀ ਉਹਦੀ ਪਿਕਚਰ ਦੇਖੀ? ਮੈਂ ਡੈਫੀਨਿਟਲੀ ਦੇਖੀ ਸੀਗੀ ਤੇ ਇੱਕ ਬਹੁਤ ਇੱਕ ਇਮੋਸ਼ਨਲ ਪਲੀ ਤੁਸੀਂ ਕਹਿ ਸਕਦੇ ਉੱਥੇ ਡਾਕਟਰ ਨੇ ਵੀ ਕੀਤਾ ਆ, ਡਾਕਟਰ ਅਬਦੁਲ ਸ਼ਰਕਵੇ। ਉਹ ਕਹਿ ਰਹੇ ਸੀ ਕਿ ਵੀ ਮਿਹਨਤ ਦੀ ਗੱਲ ਆ, ਅਸੀਂ ਹਸਪੀਟਲ ਦੇ ਵਿੱਚ ER ਦੇ ਵਿੱਚ ਆਪਣੀ ਫੈਮਲੀਜ਼ ਤੋਂ ਦੂਰ ਰਹਿੰਦੇ ਆ, ਇੰਨੇ ਘੰਟੇ ਅਸੀਂ ਉੱਥੇ ਸਪੈਂਡ ਕਰਦੇ ਆ ਤੇ ਤੁਸੀਂ ਬਾਹਰ ਪਾਰਕਾਂ ਦੇ ਵਿੱਚ ਬਹਿ ਕੇ ਧੁੱਪ ਦੇ ਵਿੱਚ ਬੇਦ ਕਰਦੇ ਆ, ਵੀ ਅਸੀਂ ਚਾਹੁੰਦੇ ਨਹੀਂਗੇ ਵੀ ਤੁਸੀਂ ਵੀ ਇੱਥੇ ਹਸਪੀਟਲ ਸਾਡੇ ਕੋਲ ਪਹੁੰਚੋ। ਉਹ ਕਹਿੰਦੇ ਵੀ ਨੈਕਸਟ 5 to 7 days, ਹੋ ਸਕਦਾ 7 ਤੇ 10 ਦਿਨਾਂ ਦੇ ਵਿੱਚ ਵੀ ਉਹਨਾਂ ਨੂੰ ਲੱਗਦਾ ਵੀ 500 ਜਿਹੜੇ ਕੇਸ ਆ ਉਹ ਇਨਕਰੀਜ਼ ਹੋਣਗੇ ਡੇਲੀ, ਜੇ ਇਦਾਂ ਹੀ ਜਿਹੜੇ ਲੋਕ ਬਾਹਰ ਜਾਂਦੇ ਰਹਿਣਗੇ। 500 cases a day, Amrit, if people don't stop. Quite a bit. That's a lot. That's a lot. And so ਪਾਰਕਾਂ ਦੇ ਵਿੱਚ ਹਾਂ ਤੁਸੀਂ ਜਾਓ, ਇਹ ਨਹੀਂ ਕਹਿ ਰਹੇ ਵੀ ਤੁਸੀਂ ਨਾ ਜਾਓ, ਇਹ ਨਹੀਂ ਕਹਿ ਰਹੇ ਬਾਹਰ ਨਾ ਜਾਓ, ਬਾਹਰ ਜਾਣਾ ਵੀ ਚਾਹੀਦਾ ਆ, ਪਰ ਜਿਹੜਾ ਤੁਸੀਂ ਆਪਣਾ ਉਹ ਜਿਹੜੇ 2 ਮੀਟਰ ਆ ਜਿੱਦਾਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ, ਤੁਸੀਂ ਉਨਾ ਦੂਰ ਇੱਕ ਦੂਜੇ ਤੋਂ ਰਹੋ। ਸੋ there's none of that social distancing. ਬਿਲਕੁਲ ਸਹੀ ਹੈ। ਔਰ ਉੱਥੇ ਨਾ ਓਨਟਾਰੀਓ ਦੇ ਵਿੱਚ ਟ੍ਰਿਨਿਟੀ ਬੈਲਵੁੱਡ ਪਾਰਕ ਹੈ। ਉਹ ਕਹਿੰਦੇ ਜਦੋਂ ਇਸ ਸੈਟਰਡੇ ਨੂੰ ਪੁਲਿਸ ਨੇ ਉੱਥੇ ਚੱਕਰ ਮਾਰਿਆ, ਦੇਖਿਆ ਵੀ ਸਾਰਾ ਕੁਝ ਠੀਕ ਹੈ, ਉਹ ਕਹਿੰਦੇ ਪਾਰਕ ਦੇ ਵਿੱਚ ਤੁਸੀਂ ਇਹ ਕਹਿ ਸਕਦੇ ਹੋ ਵੀ ਪੈਰ ਰੱਖਣ ਨੂੰ ਥਾਂ ਨਹੀਂ ਸੀ, ਪੂਰਾ ਮੇਲਾ ਲੱਗਿਆ ਹੋਇਆ ਸੀ। ਪੂਰਾ ਮੇਲਾ ਲੱਗਿਆ ਹੋਇਆ ਸੀ। ਔਰ ਜਦੋਂ ਡਗ ਫੋਰਡ ਨੇ ਇਸ ਪਿਕਚਰ ਨੂੰ ਦੇਖਿਆ, ਉਹ ਕਹਿੰਦਾ ਮੈਨੂੰ ਲੱਗਿਆ ਕੋਈ ਰੌਕ ਕਨਸਰਟ ਚੱਲ ਰਿਹਾ ਇੱਥੇ। ਲਾਈਕ ਤੁਸੀਂ ਇਮੇਜਿਨ ਕਰ ਸਕਦੇ ਹੋ ਵੀ ਕਨਸਰਟ ਦੇ ਵਿੱਚ ਇੰਨੇ ਲੋਕ ਹੁੰਦੇ ਨੇ, ਬਿਲਕੁਲ ਬੈਕ ਟੂ ਬੈਕ ਇਸ ਹਾਲਾਤ ਦੇ ਵਿੱਚ ਸੀ। ਔਰ ਟੋਰਾਂਟੋ ਦੇ ਜਿਹੜੇ ਮੇਅਰ ਨੇ ਜੀ, ਉਹ ਵੀ ਉੱਥੇ ਪਹੁੰਚੇ ਹੋਏ ਸੀ। ਵਾਓ। ਔਰ ਟੋਰਾਂਟੋ ਦੇ ਮੇਅਰ ਨੇ ਉਹਨਾਂ ਨੇ ਗੱਲ ਕੀਤੀ ਹੈਗੀ ਆ, ਉਹ ਕਹਿੰਦੇ ਯੈਸ, ਬਾਅਦ ਦੇ ਵਿੱਚ ਉਹਨਾਂ ਨੇ ਮਾਫੀ ਵੀ ਮੰਗੀ ਹੈਗੀ ਆ। ਉਹ ਕਹਿੰਦੇ ਮੈਂ ਉੱਥੇ ਗਿਆ ਸੀ ਸਿਰਫ ਮੁਆਇਨਾ ਕਰਨ ਵਾਸਤੇ ਗਿਆ ਸੀ, ਮੈਂ ਦੂਸਰੀ ਵੱਡੀ ਗਲਤੀ ਕੀਤੀ ਵੀ ਮੈਂ ਆਪਣਾ ਜਿਹੜਾ ਫੇਸ ਮਾਸਕ ਹੈ ਚੰਗੇ ਤਰੀਕੇ ਨਾਲ ਨਹੀਂ ਪਾਇਆ। ਜਿਹੜੇ ਲੋਕ ਮੇਰੇ ਕੋਲ ਆ ਰਹੇ ਸੀ ਮੈਂ ਉਹਨਾਂ ਨੂੰ ਕਹਿ ਰਿਹਾ ਸੀ ਵੀ ਪਲੀਜ਼ ਥੋੜਾ ਜਿਹਾ ਪਿੱਛੇ ਰਹੋ, ਲੇਕਿਨ ਕਹਿੰਦੇ ਮੈਂ ਰੋਲ ਮਾਡਲ ਸੀ ਔਰ ਰੋਲ ਮਾਡਲ ਦੇ ਹਿਸਾਬ ਨਾਲ ਮੈਨੂੰ ਚਾਹੀਦਾ ਸੀ ਕਿ ਮੈਂ ਲੋਕਾਂ ਨੂੰ ਐਕਚੁਅਲੀ ਕਹਾਂ ਕਿ ਉੱਥੇ ਨਾ ਜਾਓ। 100%। ਯੈਸ, ਬਟ ਉਹਨਾਂ ਨੇ ਮਾਫੀ ਜ਼ਰੂਰ ਮੰਗੀ ਹੈ। ਇੱਕ ਪੂਰਾ ਲੰਬਾ ਚੌੜਾ ਪਰਚਾ ਜਿਹੜਾ ਹੈਗਾ ਉਹਨਾਂ ਨੇ ਕੀਤਾ ਹੈ। ਉਹ ਕਹਿੰਦੇ ਆਈ ਵਾਂਟ ਟੂ ਅਪੋਲੋਜਾਈਜ਼ ਫॉर ਮਾਈ
ਪਰਸਨਲ ਬਿਹੇਵੀਅਰ। ਸੋ ਇਸ ਕਰਕੇ ਗਲਤ ਗੱਲ ਹੈ ਜੀ। ਤੁਹਾਨੂੰ ਪਤਾ ਜੋ ਜਿਹੜਾ ਵੀ ਕੋਈ ਪਬਲਿਕ ਆਈ ਦੇ ਵਿੱਚ ਹੁੰਦਾ ਆ whether it's a politician ਕੋਈ celebrity ਹੁੰਦਾ ਆ you know you are a role model ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਟਰੰਪ ਦੀ ਕੀਤੀ ਸੀ ਟਰੂਡੋ ਦੀ ਕੀਤੀ ਸੀਗੀ ਐਂਡ ਜਿਹੜੇ ਮੇਅਰਸ ਹੈ ਜਦੋਂ ਤੁਸੀਂ ਇਹੋ ਜਿਹੇ ਆਪਣੇ ਰੂਲਸ ਆਪਣੀ ਸਿਟੀ ਦੇ ਵਿੱਚ ਇਨਫੋਰਸ ਕਰਦੇ ਤੁਸੀਂ ਆਪ ਉੱਥੇ ਮੌਜੂਦ ਹੋ ਤੇ ਫਿਰ ਤੁਹਾਡੇ ਜਿਹੜੇ you know constituents ਆ ਜੋ ਵੀ ਤੁਹਾਡੇ ਉੱਥੇ ਪੀਪਲ ਹੈਗੇ ਆ obviously they're going to be like ਜੇ ਇਹ ਕਰਦਾ ਸੀ ਕਿਉਂ ਨਹੀਂ ਕਰ ਸਕਦੇ। ਬਿਲਕੁਲ ਸਹੀ ਹੈ। ਐਂਡ ਉਸ ਹਿਸਾਬ ਨਾਲ ਸਾਡੇ ਇੱਕ ਬਹੁਤ ਵੱਡੇ ਲੀਡਰਸ ਦੇ ਘਰੇ ਜਦੋਂ ਮਦਰਸ ਡੇ ਦੇ ਉੱਪਰ ਉਹਨਾਂ ਦੀਆਂ ਡਾਟਰਸ ਮਿਲਣ ਆਈਆਂ ਸੀ ਹਾਂਜੀ ਹਨਾ ਉਹਦੇ ਵਾਸਤੇ ਵੀ ਬਲਕਿ ਬਹੁਤ ਰੌਲਾ ਪਿਆ ਸੀ ਜਦੋਂ ਕਿਹਾ ਸੀ ਵੀ ਇੱਕ ਬਬਲ ਹੈ ਬਬਲ ਨੂੰ ਪਲੀਜ਼ ਬ੍ਰੇਕ ਨਾ ਕਰੋ ਆਪਣੇ ਬਬਲ ਦੇ ਵਿੱਚ ਰਹੋ। ਲੇਕਿਨ ਫਿਰ ਵੀ ਜਦੋਂ ਲੀਡਰਸ ਇਹੋ ਜਿਹਾ ਕੁਝ ਕਰਦੇ ਨੇ ਨਾ ਔਰ ਸਪੈਸ਼ਲੀ ਸੁਖੀ ਉਹੇ ਜੇ ਟਾਈਮ ਤੇ ਜਦੋਂ ਓਨਟਾਰੀਓ ਦੇ ਵਿੱਚ ਇੰਨਾ ਕੁਝ ਹੋ ਰਿਹਾ ਰਾਈਟ ਫਿਰ ਥੋੜਾ ਜਿਹਾ ਐਂ ਲੱਗਦਾ ਵੀ ਸੱਚੀ ਸਿਰਫ ਪਬਲਿਕ ਜਿਹੜੀ ਹੈ ਉਹ ਸੀਰੀਅਸ ਨਹੀਂ ਹੈ ਜਾਂ ਸਾਡੇ ਲੀਡਰ ਵੀ ਸੀਰੀਅਸ ਨਹੀਂ ਹੈਗੇ। ਮਿਸਟਰ ਟਰੂਡੋ ਇਜ਼ ਰੀਅਲੀ ਸੀਰੀਅਸ ਨੋ ਡਾਊਟ ਬਟ ਲੀਡਰਸ ਜਦੋਂ ਇਹ ਜਿਹੀਆਂ ਗਲਤੀਆਂ ਕਰਨਗੇ ਨਾ ਫਿਰ ਇੱਕ ਬਿਗ ਕੁਐਸਚਨ ਮਾਰਕ ਅੱਗੇ ਆ ਜਾਂਦਾ। ਐਂਡ ਹੁਣ ਆਪਾਂ ਜਾਣਦੇ ਜਿਹੜਾ ਸੈਕੰਡ ਵੇਵ ਕਹਿੰਦੇ ਜਦੋਂ ਦੂਜੀ ਵਾਰੀ ਕੋਈ ਵੀ ਪੈਂਡੈਮਿਕ ਹੁੰਦਾ ਦੂਜੀ ਵਾਰੀ ਤੇ ਹੁੰਦਾ ਵੀ ਬਹੁਤ ਵੱਡਾ ਆ ਪਰ ਯੂ نو ਇਹ ਨਹੀਂ ਕਿ ਇਸ ਬਿਮਾਰੀ ਦਾ ਕਰਕੇ ਹੋਊਗਾ ਮੇਰਾ ਖਿਆਲ ਹੈ ਸੈਲਫ ਇਨਫਲਿਕਟਡ ਇਹ ਜਿਹੜੇ ਸਾਡੇ ਲੋਕ ਹੈ ਇਹ ਆਪ ਕਰਨਗੇ। ਬਿਲਕੁਲ ਸਹੀ ਹੈ ਕਿਉਂਕਿ ਲੋਕ ਹੁਣ ਪਤਾ ਕੀ ਵੇਟ ਕਰ ਰਹੇ ਨੇ ਕਿ ਅਸੀਂ ਕਦੋਂ ਬਾਹਰ ਜਾਈਏ ਅਸੀਂ ਕੈਨੇਡਾ ਤੋਂ ਕਦੋਂ ਬਾਹਰ ਚੱਲ ਜਾਈਏ ਅਸੀਂ ਅਮਰੀਕਾ ਤੋਂ ਕਦੋਂ ਬਾਹਰ ਚੱਲ ਜਾਈਏ। ਲੋਕ ਕਿਸੇ ਨਾਲ ਗੱਲਬਾਤ ਹੋਈ ਜਦੋਂ ਮੀਡੀਆ ਦੀ ਉਹ ਕਹਿੰਦੇ ਜੀ ਅੱਜ ਤੱਕ ਹੁਣ ਜਿਹੜਾ ਐਡਵੈਂਚਰਸ ਟ੍ਰਿਪ ਫਰਮ ਲਾਸਟ 2 months was to a park or to grocery store grocery shopping ਇੰਨਾ ਹੀ ਬਹੁਤ ਹੈ ਵੀ ਉੱਥੇ ਤੱਕ ਜਾ ਹੀ ਸਕਦੇ ਸੀਗੇ ਬਿਲਕੁਲ ਯਾ ਸੋ ਹੁਣ ਲੋਕ ਤੰਗ ਆਏ ਹੋਏ ਆ ਕਿ ਉਹ ਚਾਹੁੰਦੇ ਵੀ ਅਸੀਂ ਆਪਣਾ ਟੈਚੀ ਬੰਨੀਏ ਸਮਾਨ ਚੁੱਕੀਏ ਤੇ ਕਿਸੇ 에ਅਰਪੋਰਟ ਤੇ ਪਹੁੰਚੀਏ ਪਰ 에ਅਰਪੋਰਟਸ ਤੁਹਾਨੂੰ ਪਤਾ ਆ ਇੰਨਾ ਹੁਣ ਨਾ ਇਟਸ ਸੋ ਕੁਆਇਟ ਮਾਹੌਲ ਉੱਥੇ ਵੀ ਕੋਈ ਗੱਡੀ ਆਉਣ ਜਾਣ ਨਹੀਂ ਕੋਈ ਜਹਾਜ਼ ਨਹੀਂ ਤੁਹਾਨੂੰ ਦਿਸ ਰਿਹਾ ਅੱਗੇ ਤਾਂ ਫਿਰ ਵੀ ਆਪਣੇ ਉੱਤੋਂ ਦੀ ਜਹਾਜ਼ ਮਾੜੇ ਮੋਟੇ ਤੇ ਵੈਂਕੂਵਰ ਵਿੱਚ ਖਾਸ ਕਰਕੇ ਸੁਣਦੇ ਵੀ ਹੁੰਦੇ ਸੀ ਦਿਸਦੇ ਵੀ ਹੁੰਦੇ ਸੀ ਪਰ ਅਮਰ that's gone now ਬਿਲਕੁਲ ਸਹੀ but Air Canada has announced some good news so ਮੈਂ ਦੇਖ ਕੇ ਬੜੀ ਖੁਸ਼ ਹੋਈ ਸੀਗੀ ਆਪਾਂ ਨੂੰ ਸਾਰਿਆਂ ਨੂੰ ਹੈਗਾ ਆ ਵੀ ਚੱਲ ਥੋੜੇ ਜਿਹੇ ਜਦੋਂ 6 ਮਹੀਨੇ ਕੰਮ ਕਰੀਏ 2 ਮਹੀਨੇ ਕੰਮ ਕਰੀਏ ਕਿਤੇ ਨਾ ਕਿਤੇ ਭਾਵੇਂ ਲੋਕਲ ਟ੍ਰਿਪ ਵੀ ਹੋਵੇ you know ਇੱਥੇ ਡੋਮੈਸਟਿਕਲੀ ਕੈਨੇਡਾ ਚ ਹੋਵੇ ਜਿੱਥੇ ਆਪਾਂ ਰਹਿ ਰਹੇ ਆ ਵੀ ਕਿਤੇ ਜਾਈਏ ਇਟਸ ਗੁੱਡ ਟੂ ਗੈਟ ਅਵੇ ਬੰਦਾ ਫਰੈਸ਼ ਹੁੰਦਾ ਆ ਸੋ ਆ ਅਨਸਰਟਨਟੀ ਐਂਡ ਖਾਸ ਕਰਕੇ ਜਿਹਨਾਂ ਦੇ ਯੂ نو ਤੁਸੀਂ ਰਿਸ਼ਤੇਦਾਰ ਨਹੀਂ ਦੇਖ ਸਕਦੇ ਕੋਈ ਐਮਰਜੈਂਸੀ ਵੀ ਹੋਵੇ ਯੂ ਵਾਂਟ ਟੂ ਗੋ ਸੋ 에ਅਰ ਕੈਨੇਡਾ ਨੇ ਆਪਣੀ ਸਮਰ ਸਕੇਜੂਲ ਅਨਾਉਂਸ ਕਰ ਦਿੱਤੀ ਆ ਆਈ ਨੋ ਬਟ ਇੱਥੇ ਰੁਕ ਸੁਖੀ ਸੀਰੀਅਸਲੀ ਜੇ ਅੱਜ 에ਅਰ ਕੈਨੇਡਾ ਚਲਾ ਦੇ ਸਾਰੇ ਜਹਾਜ਼ ਤੁਸੀਂ ਜਾ ਸਕਦੇ ਆ I think I'm scared. You know what? ਜਿੱਦਾਂ ਉਹ ਕਹਿ ਰਹੇ ਆ ਕਿ ਅਸੀਂ ਸੇਫਟੀ ਮੈਜਰਸ 에ਅਰਪੋਰਟਸ ਦੇ ਵਿੱਚ ਤੇ ਇਨ ਫਲਾਈਟ ਇਨ ਦ ਕੈਬਨਸ ਅਸੀਂ ਕਰ ਰਹੇ ਆ ਜੇ ਮੈਨੂੰ ਲੱਗਦਾ ਵੀ ਹਾਂ ਬਿਲਕੁਲ ਸਾਰਾ ਕੁਝ ਸੈਨੀਟਾਈਜ਼ਡ ਆ ਮੈਂ ਇਕੱਲੀ ਆ ਮੇਰੇ ਨਾਲ ਕੋਈ ਬੱਚਾ ਨਹੀਂਗਾ ਜਾਂ ਕੋਈ ਇਹੋ ਜਿਹਾ no one that's susceptible to getting the coronavirus yeah I would consider it ਜੇ ਮੈਨੂੰ ਪਤਾ ਵੀ ਜਿਹੜੀ ਪ੍ਰੋਪਰ ਗਾਈਡਲਾਈਨਸ ਆ ਉਹ ਹੋ ਰਹੀਆਂ ਆ ਅੱਛਾ ਜੇ ਪ੍ਰੋਪਰ ਗਾਈਡਲਾਈਨਸ ਨਹੀਂ ਹੋ ਰਹੀਆਂ then you won't no ਬਟ ਜਹਾਜ਼ ਦੇ ਵਿੱਚ ਤਾਂ ਸੋਸ਼ਲ ਡਿਸਟੈਂਸਿੰਗ ਇੰਪੋਸੀਬਲ ਬਟ ਹੁਣ ਜਿੱਦਾਂ ਉਹ ਕਹਿ ਰਹੇ ਆ ਹੈਪਾ ਫਿਲਟਰਸ ਵੀ ਉਹ ਲਗਾਉਣਗੇ ਹਾਂ ਬਿਲਕੁਲ ਸੈਨੀਟਾਈਜ਼ਿੰਗ ਵੀ ਪੂਰੀ ਕਰਨਗੇ ਕੰਪਲੀਮੈਂਟਰੀ ਮਾਸਕਸ ਵੀ ਦੇਣਗੇ ਗਲਵਜ਼ ਵੀ ਦੇਣਗੇ ਸੈਨੀਟਾਈਜ਼ਰ ਵੀ ਉਹ ਦੇਣਗੇ ਸੋ ਇਹੀ ਤਾਂ ਆਪਾਂ ਕਰ ਰਹੇ ਹਾਂ ਆਪਾਂ ਨੂੰ ਇਹੀ ਦੱਸਿਆ ਜਾ ਰਿਹਾ ਵੀ ਤੁਸੀਂ ਆਪਣੇ ਹੈਂਡ ਵਾਸ਼ ਕਰੋ ਆਬਵੀਅਸਲੀ ਉੱਥੇ ਸਿੰਕਸ ਵੀ ਹੈਗੇ ਆਪਾਂ ਕਰ ਵੀ ਸਕਦੇ ਹਾਂ ਬਿਲਕੁਲ ਠੀਕ ਸੋ ਥੋੜੀ ਜਿਹੀ ਪ੍ਰੀਕਾਸ਼ਨਸ ਤਾਂ ਹਾਂ ਪਰ ਯੂ نو ਆਈ ਥਿੰਕ ਮੈਨੂੰ ਉਦਾਂ ਹੀ ਚਾਹਿਆ ਵੀ ਮੇ ਵੀ ਥੋੜਾ ਜਿਹਾ ਨੋਰਮਲਾਈਜੇਸ਼ਨ ਹੋ ਰਹੀ ਆ ਇਹ ਨਹੀਂ ਕਿ ਵੀ ਮੈਂ ਯੂ نو ਜੁੱਲੀ ਬਿਸਤਰਾ ਚੁੱਕ ਕੇ ਹੁਣੇ ਤੁਰ ਪਵਾਂ ਹੈਨਾ ਪਰ ਇਹ ਆ ਕਿ ਵੀ ਹਾਂ ਫਲਾਈਟਸ ਚੱਲ ਰਹੀਆਂ ਆ ਉਹ ਜਿਹੜੇ ਹੁਣ ਆਪਾਂ ਕਨਵੇਅਰ ਬੈਲਟਸ ਦੀ ਕਹੀ ਹੈ ਨਾ ਲੋਕੀ ਉੱਥੇ ਜਿਹੜੇ ਕੰਮ ਕਰਦੇ ਉਹ ਫੋਟੋਆਂ ਖਿੱਚ ਕੇ ਪਾ ਰਹੇ ਕੁਛ ਨਹੀਂ ਘੁੰਮ ਰਿਹਾ ਇਸ ਵੇਲੇ ਕੋਈ ਟੈਚੀ ਨਹੀਂ ਕੋਈ ਉੱਥੇ ਯੂ نو ਪੈਸੇਂਜਰਸ ਨਹੀਂ ਗਏ ਆਈ ਥਿੰਕ ਇਟਸ ਗੁੱਡ ਸੋ ਜਿਹੜੀਆਂ ਫਲਾਈਟਸ ਅਨਾਉਂਸ ਕੀਤੀਆਂ ਗਈਆਂ ਆ USA ਦੇ ਵਿੱਚ ਜੇ ਤਾਂ ਆਪਣੇ ਬਾਰਡਰਸ ਖੁੱਲ ਗਏ ਜੂਨ 21 ਨੂੰ ਜੂਨ 22 ਤੋਂ ਜਿਹੜਾ ਸਕੇਜੂਲ ਆ ਨਿਊਯਾਰਕ ਲਾ ਗਾਰਡੀਆ ਵਾਸ਼ਿੰਗਟਨ LA ਸੈਨ ਫਰਾਂਸਿਸਕੋ ਬੋਸਟਨ ਤੇ ਸ਼ਿਕਾਗੋ ਫਲਾਈਟਸ ਅਨਾਉਂਸ ਕੀਤੀਆਂ ਗਈਆਂ ਪਰਫੈਕਟ ਰਾਈਟ ਬਟ ਇੱਥੇ ਜ਼ਰੂਰ ਆਪਾਂ ਦੱਸ ਦਈਏ ਕਿ ਮਾਰਚ 13 ਨੂੰ ਨਾਨ ਐਸੈਂਸ਼ੀਅਲ ਟਰੈਵਲ ਵੈਸੇ ਬੰਦ ਕੀਤਾ ਸੀਗਾ ਲੇਕਿਨ ਫਿਰ ਵੀ ਜਿਹੜੇ ਕੋਈ ਪਬਲਿਕ ਜਾਣਾ ਚਾਹੁੰਦੀ ਹੈ ਉਹਨਾਂ ਵਾਸਤੇ ਵੈਸੇ ਉਹ ਜਾ ਸਕਦੀ ਹੈ ਜਿੱਥੇ ਵੀ ਜਾਣਾ ਚਾਹੁੰਦੀ ਹੈ ਜਾ ਸਕਦੀ ਹੈ 에ਅਰ ਕੈਨੇਡਾ ਸਿਰਫ 5% ਆਪਣੇ ਜਹਾਜ਼ ਜਿਹੜੇ ਨੇ ਉਹ ਇਸ ਟਾਈਮ ਆਪਰੇਟ ਕਰ ਰਹੇ ਨੇ ਔਰ ਉਹਨਾਂ ਨੂੰ ਉਮੀਦ ਵੀ ਨਹੀਂ ਹੈਗੀ ਕਿ ਅੱਗੇ ਜਾ ਕੇ ਫਾਲ ਤੱਕ ਵੀ ਇਹ 20% ਤੋਂ ਜ਼ਿਆਦਾ ਮਤਲਬ ਜਿਹੜੇ ਲੋਕ ਨੇ 20% ਤੋਂ ਜ਼ਿਆਦਾ ਪੈਸੇਂਜਰ ਵਾਪਸ ਆਉਣਗੇ ਰਾਈਟ ਹਾਲੇ ਤੱਕ ਹਰੇਕ ਦੇ ਮਨ ਦੇ ਵਿੱਚ ਨਾ ਇੱਕ ਡਰ ਬੈਠਿਆ ਹੋਇਆ ਵੀ ਪਤਾ ਨਹੀਂ ਕਿਹੜੀ ਕੰਟਰੀ ਜਾਵਾਂਗੇ ਅੱਗੇ ਕੇਸਿਸ ਕਿਵੇਂ ਨੇ ਔਰ ਦੂਸਰੇ ਸਭ ਤੋਂ ਵੱਡੇ ਡਰ ਦੀ ਗੱਲ ਪਤਾ ਕੀ ਹੈ ਕਿ ਜਿਹੜੀ ਇੰਸ਼ੋਰੈਂਸ ਹੈ ਇੰਸ਼ੋਰੈਂਸ ਕੰਪਨੀਆਂ ਨੇ ਕਹਿਤਾ ਹੈ ਕਿ ਅਸੀਂ ਕਿਸੇ ਵੀ ਪੈਸੇਂਜਰ ਨੂੰ
ਕਰੋਨਾ ਵਾਇਰਸ ਦੇ ਉਹਦੇ ਤੇ ਅਸੀਂ ਕਵਰ ਨਹੀਂ ਕਰਾਂਗੇ। ਵਾਓ। ਸੋ ਇਫ ਵੀ ਆਰ ਗੋਇੰਗ ਟੂ ਯੂਐਸ ਐਂਡ ਯੂਐਸ ਦੇ ਵਿੱਚ ਜਿਵੇਂ ਕੇਸਿਸ ਬਹੁਤ ਜ਼ਿਆਦਾ ਹੈ, ਅਸੀਂ ਉੱਥੇ ਕਰੋਨਾ ਵਾਇਰਸ ਦੇ ਪੀੜਤ ਹੋ ਜਾਂਦੇ ਆ, ਹਸਪੀਟਲਾਈਜ਼ ਹੁੰਦੇ ਆ, hundreds and thousands of dollars, $100,000 ਜਿਹਨੂੰ ਕਹਿ ਦਿੰਦੇ ਆਪਾਂ ਜਾਣਦੇ ਹੈਲਥ ਕੇਅਰ ਲੱਖਾਂ ਕਿੰਨਾ ਡਾਲਰ। ਐਕਸਪੈਂਸਿਵ ਹੈ, ਇਟਸ ਸੋ ਉਹ ਐਕਸਪੈਂਸਿਵ। ਸਾਰੇ ਯੂ ਹੈਵ ਟੂ ਪੇ ਫਰਮ ਯੋਰ ਪਾਕਟ। Yeah, because travel insurance ਆਪਾਂ ਜਦੋਂ ਵੀ ਕਿਤੇ ਜਾਈਦਾ ਆਪਾਂ ਕਰਕੇ ਜਾਈਦਾ and it's so cheap too। ਜੇ ਤੁਸੀਂ ਇੱਕ ਹਫ਼ਤੇ ਲਈ ਜਾਣਾ $20 ਲੱਗਦੇ ਸਾਰੇ। Exactly। But ਜੇ ਸੱਚੀ ਕਰੋਨਾ ਵਾਇਰਸ ਨਾਲ ਤੁਸੀਂ ਉੱਥੇ ਇਨਫੈਕਟਡ ਹੋ ਗਏ ਤੇ ਫਿਰ ਤਾਂ ਤੁਹਾਨੂੰ ਪਤਾ ਜਿੱਦਾਂ ਤੁਸੀਂ ਕਹਿੰਦੇ ਮੇਰੇ ਖਿਆਲ ਲੱਖ ਵੀ is an understatement, ਬਹੁਤ ਜ਼ਿਆਦਾ ਹੋਗਾ। So those are so many precautions। And ਹਾਂਜੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਜਿਹੜੇ ਤੁਸੀਂ ਕੰਟਰੀ ਜਾ ਰਹੇ ਪਹਿਲਾਂ ਉੱਥੇ ਦੇਖੋ ਵੀ ਉੱਥੇ ਕਿੰਨੇ ਕੇਸਿਸ ਆ, ਜਿਹੜੇ ਤੁਸੀਂ ਸਿਟੀ ਵੀ ਜਾ ਰਹੇ ਆ, ਜੇ ਤੁਸੀਂ ਇੰਟਰਪ੍ਰੋਵਿੰਸ਼ੀਅਲ ਵੀ ਟਰੈਵਲ ਕਰ ਰਹੇ ਆ, how many cases are there? I mean, even from here, if you look at Fraser Health Authority and you're going to the Greater Vancouver region, ਉੱਥੇ ਕਿੰਨੇ cases ਆ? So ਤੁਹਾਡਾ ਜਿਹੜਾ ਆਲਾ ਦੁਆਲਾ, obviously, you know, you have to check. Cases are available. So yeah, 95% ਆਪਾਂ ਨੂੰ ਪਤਾ ਜਿਹੜੀ ਫਲਾਈਟਸ ਆ ਖਾਸ ਕਰਕੇ 에ਅਰ ਕੈਨੇਡਾ ਦੀ they've stopped operating. So ਉਹਨਾਂ ਦੇ ਵਾਸਤੇ ਇੱਕ ਖੁਸ਼ਖਬਰੀ ਹੈ ਕਿ ਜਿਹੜੇ ਉਹਨਾਂ ਦੇ ਸਟਾਫ ਹੈ ਜਿਹੜੇ laid off ਸੀਗੇ ਕੁਛ ਨਾ ਕੁਛ ਰਿਕਵਰੀ ਕਰ ਸਕਦੇ ਆ, right? At least they are, yeah, ਉਹ ਬੈਕ ਆਣਗੇ। ਲੇਕਿਨ ਆਈਸਲੈਂਡ, ਮੈਕਸੀਕੋ, ਅਰੂਬਾ ਇਹ ਸਾਰਾ ਕੁਝ ਜੂਨ ਦੇ ਵਿੱਚ ਸੁੱਕੀ ਖੁੱਲ ਜਾਣਾ ਹੈ। ਗ੍ਰੀਸ ਇਹ ਜੁਲਾਈ ਦੇ ਵਿੱਚ ਖੁੱਲ ਜਾਣਾ ਹੈ। but you are not going anywhere. You're not going to let me go? No, because ਤੁਹਾਡੇ ਬਿਨਾਂ ਸ਼ੋਅ ਕਿਵੇਂ ਚੱਲਣਾ? ਮਾਰਨਿੰਗ ਸ਼ੋਅ ਤੁਸੀਂ ਆਪ ਬਥੇਰਾ ਬਹੁਤ ਨਾਈਸਲੀ ਤਰੀਕੇ ਨਾਲ ਤੁਸੀਂ ਸੰਭਾਲ ਲੈਂਦੇ ਆ। ਮੈਂ ਤੁਹਾਨੂੰ ਉੱਥੇ ਵੀਡੀਓ ਕਾਲ ਕਰੂੰਗੀ, ਮੈਂ ਉੱਥੇ ਦੇ ਜਿਹੜੇ ਹਾਲਾਤ ਹੈ ਉਹ ਸਾਰੇ ਸ਼ੋਕੇਸ ਕਰ ਦੂੰਗੀ ਵੀ ਮੈਂ ਦੇਖੋ ਇੱਥੇ ਪਹੁੰਚੀ ਹੋਈ ਆ। ਬਿਜ਼ਨਸ ਟ੍ਰਿਪ ਹੀ ਤੁਸੀਂ ਲਾ। ਬਿਲਕੁਲ ਠੀਕ ਹੈ। ਨਹੀਂ ਬਟ ਤੁਸੀਂ ਕਿਤੇ ਨਹੀਂ ਜਾ ਰਹੇ ਹੈਗੇ and that is final। ਅਮ੍ਰਿਤ ਪੱਟੀ ਨੇ ਐਲਾਨ ਕਰਤਾ ਸ਼ੋਅ ਤੇ, ਲੱਗਦਾ ਹੈ ਵੀ ਮੈਂ ਤੋਂ ਨਹੀਂ ਜਾ ਹੋਣਾ। ਬਿਲਕੁਲ। ਸੋ ਜਿਹੜੇ ਵੀ ਲੋਕ, ਕਿਉਂਕਿ ਤੁਸੀਂ ਫਿਰ ਮੁੜ ਕੇ ਵਾਪਸ ਨਹੀਂ ਆਣਾ, ਬੜੇ ਦਿਨ ਜਿੱਥੇ ਵੀ ਜਾਣਾ ਨਾ ਉੱਥੇ ਘੱਟੋ ਘੱਟ 14 ਦਿਨ ਤਾਂ ਪਹਿਲਾਂ ਕੁਆਰੰਟਾਈਨ ਕਰਨਾ ਪੈਣਾ, ਉਸ ਤੋਂ ਬਾਅਦ ਫਿਰ ਬਾਹਰ ਆਣਾ ਪੈਣਾ, ਫਿਰ ਵਾਪਸ ਆ ਕੇ 14 ਦਿਨ ਇੱਥੇ ਕੁਆਰੰਟਾਈਨ ਕਰਨਾ ਪੈਣਾ। ਸੋ ਪਲੀਜ਼ ਡੋਂਟ ਗੋ ਐਨੀਵੇਅਰ। ਚਲ ਹਜੇ ਫਿਲਹਾਲ ਮੈਨੂੰ ਲੱਗਦਾ ਸਪਟੈਂਬਰ ਤੱਕ ਤਾਂ ਮੈਂ ਇੱਥੇ ਹੀ ਆ ਸਟੂਡੀਓ ਦੇ ਵਿੱਚ। ਦੈਟਸ ਗ੍ਰੇਟ। I will definitely be here, but yes, ਜਿੱਦਾਂ ਤੁਸੀਂ ਡੈਸਟੀਨੇਸ਼ਨਸ ਦੱਸੇ London, Hong Kong, Tokyo, Seoul, they're also on that list, so we look forward 97 destinations. Yeah, 97 destinations. That's huge. So time ਬਿਲਕੁਲ ਥੋੜਾ ਰਹਿੰਦਾ ਹੈ, ਪਰ ਇੱਕ ਥੋੜੇ ਜਿਹਾ ਫਨ ਫੈਕਟ ਤੁਹਾਨੂੰ ਪਤਾ ਹੈ ਵੀ ਕਈ ਜਿਹੜੀ ਚੀਜ਼ਾਂ ਆਪਾਂ ਜਾਣਦੇ ਆ ਟੋਰਾਂਟੋ ਦੇ ਵਿੱਚ ਵੰਡਰਲੈਂਡ, ਜਿਹੜਾ ਕੈਲਗਰੀ ਸਟੈਂਪੀਡ ਆ, ਤੇ ਵੈਂਕੂਵਰ ਦੇ ਵਿੱਚ ਜਿਹੜਾ ਸਾਡਾ ਪੈਸੀਫਿਕ ਨੈਸ਼ਨਲ ਐਗਜ਼ੀਬਿਸ਼ਨ ਹੁੰਦਾ PNE ਜਿਹਨੂੰ ਕਹਿੰਦੇ ਆ, ਐਵਰੀ ਸਮਰ ਜਿਹੜੇ ਬੱਚੇ ਆ ਸਾਡੇ ਵਰਗੇ ਵੀ ਜਿਹੜੇ ਹਾਲੇ ਸਟਿਲ ਅ ਚਾਈਲਡ ਫਰਮ ਦ ਇਨਸਾਈਡ ਅਸੀਂ ਉਡੀਕਦੇ ਆ ਵੀ ਅਸੀਂ PNE ਜਾਈਏ, ਉੱਥੇ ਰਾਈਡਸ ਝੂਟੇ ਲਈਏ। ਉੱਥੇ ਜਿਹੜਾ ਫੇਅਰ ਬਹੁਤ ਵਧੀਆ ਹੁੰਦਾ, ਉੱਥੇ ਤੁਹਾਨੂੰ ਪਤਾ ਇੱਕ ਪੰਜਾਬੀ ਮੇਲਾ ਵੀ ਕਈ ਵਾਰੀ ਹੁੰਦਾ, ਉੱਥੇ ਸਿੰਗਰ ਸਾਡੇ ਆਉਂਦੇ ਆ। ਸੋ ਉਹ ਐਤਕੀ ਕੋਵਿਡ ਦਾ ਕਰਕੇ ਸਾਰਾ ਕੁਝ ਕੈਂਸਲ ਹੋ ਗਿਆ। ਸੋ ਨਾ ਕਿ ਸਿਰਫ ਜਿਹੜਾ ਉਹ ਮਾਹੌਲ ਆ ਉਹ ਜਿਹੜਾ ਫੇਅਰ ਦਾ ਕਰਕੇ ਜਾਂ ਰਾਈਡਸ ਦਾ ਕਰਕੇ ਲੋਕੀ ਮਿਸ ਕਰਦੇ, ਪਰ ਉਹਨਾਂ ਦੇ ਜਿਹੜੇ ਖਾਣੇ ਆ ਖਾਸ ਕਰਕੇ ਉਹਨਾਂ ਦੇ ਜਿਹੜੇ ਡੋਨਟਸ ਆ, ਮਿਨੀ ਡੋਨਟਸ, ਜਦੋਂ ਆਪਾਂ ਐਂਟਰ ਹੋਈਦਾ ਨਾ ਸਮੈਲ ਸਾਰੇ ਨਾਲ ਪਹਿਲਾਂ ਉਹਨਾਂ ਦੀ ਆਉਂਦੀ ਹੁੰਦੀ ਆ, ਯੂ ਨੋ ਕੋਟਡ ਇਨ ਸ਼ੂਗਰ ਵਿਦ ਸਿਨੇਮਨ, ਬੈਸਟ ਥਿੰਗ ਐਵਰ। ਸੁਖੀ ਉਹਨੂੰ ਖਾ ਕੇ ਫਿਰ ਹਾਈਪਰ ਹੋ ਕੇ ਤਾਂ ਹੀ ਤਾਂ ਫਿਰ ਆਪਾਂ ਸਾਰੇ ਉਹ ਲੈਣਾ ਹੁੰਦਾ, ਰਾਈਟ? ਐਂਡ ਦੇ ਆਰ ਰੀਲੀ ਗੁੱਡ, ਨੋ ਡਾਊਟ, ਦੇ ਆਰ ਸੋ ਗੁੱਡ। ਸੋ ਪੀਪਲ, ਦੈਟਸ ਸਮਥਿੰਗ ਯੂ ਨੋ ਪੀਪਲ ਮਿਸ, ਬਿਕਾਜ਼ ਆਈ ਥਿੰਕ ਉਹਨਾਂ ਦੀ ਇੱਕ ਜਿਹੜਾ ਟ੍ਰੇਡਮਾਰਕ ਆ ਉਹ ਥੋੜੀ ਜਿਹੀ ਉਹ ਹੈ ਨਾ, one of the things that people go for. So ਉਹਦਾ ਕਰਕੇ ਜਿਹੜੇ ਮਿਨੀ ਡੋਨਟਸ ਆ, PNE ਨੇ ਇੱਕ ਕੀ ਕੀਤਾ ਆ ਆਫਟਰ ਦ ਕੈਂਸਲੇਸ਼ਨ, ਉਹਨਾਂ ਨੇ ਇੱਕ ਟੇਸਟ ਆਫ ਦ PNE ਮਿਨੀ ਡੋਨਟ ਐਡੀਸ਼ਨ ਇਸ ਵੀਕਐਂਡ ਦੇ ਉਹਨਾਂ ਨੇ ਖੋਲਿਆ ਸੀਗਾ, ਜਿੱਥੋਂ ਦੁਨੀਆ ਇੰਟੀਰੀਅਰ ਤੋਂ ਆਇਆ, ਪੈਂਬਰਟਨ ਤੋਂ ਆਇਆ, ਚਿਲਵਾਕ ਤੋਂ ਇੰਨਾ ਦੂਰ ਚੱਲ ਕੇ ਆਇਆ ਸਿਰਫ ਫॉर ਦ ਮਿਨੀ ਡੋਨਟ, ਸਿਰਫ ਫॉर ਦ ਡੋਨਟ, ਦ ਮਿਨੀ ਡੋਨਟਸ। ਤੇ ਉਹ ਇਵੈਂਟ ਇੰਨਾ ਵਧੀਆ ਗਿਆ ਕਿ ਉਹ ਸੋਲਡ ਆਊਟ ਹੋਇਆ। ਉਹਨਾਂ ਨੂੰ ਸੰਡੇ ਸਾਰਾ ਕੁਝ ਬੰਦ ਕਰਨਾ ਪਿਆ ਬਿਕਾਜ਼ ਦੇ ਡਿਡਨਟ ਹੈਵ ਇਨਫ ਪ੍ਰੋਡਕਸ਼ਨ। ਸੋ ਦਿਸ ਵਾਸ ਗ੍ਰੇਟ ਫॉर ਦ ਫੈਮਿਲੀ ਬਿਜ਼ਨੈਸਿਸ ਜਿਹੜੇ ਲੇਡ ਆਫ ਸਟਾਫ ਸੀ, ਇਹਦਾ ਕਰਕੇ ਇਫੈਕਟ ਹੋਇਆ। ਸੋ ਜਿਹੜੇ ਉਹ ਸੀਗੇ ਕੰਪਨੀ ਸੀਗੀਆਂ, ਦੋਜ਼ ਲਿਟਲ ਡੋਨਟਸ, Tin Lizzy Donuts, Sin City Donuts and PNE Fun Dunkers, ਉਹਨਾਂ ਨੂੰ ਉੱਥੇ ਡੋਨਟਸ ਮਿਲੇ, ਤੇ ਨਾਲ ਦੀ ਨਾਲ ਜਿਹਨਾਂ ਨੇ ਵੀ ਪਰਚੇਸ ਕੀਤਾ ਉਹਨੂੰ 2021 ਦੀ PNE ਟਿਕਟਸ ਵੀ ਮਿਲੀਆਂ। Very good. So which is good. Lineups ਬਹੁਤ ਵਧੀਆ। ਇਹ ਜਿਹੜੀ ਟਿਕਟ ਸਿਰਫ ਆਨਲਾਈਨ ਮਿਲ ਰਹੀ ਹੈ, ਤੇ ਉਹ ਕਹਿੰਦੇ ਵੀ ਅਸੀਂ ਇਹਨੂੰ ਹੁਣ ਐਕਸਟੈਂਡ ਕਰ ਰਹੇ ਹਾਂ। ਸੋ ਜਿਹੜੇ ਡੋਨਟਸ ਦੇ ਸ਼ੌਕੀਨ ਆ, ਖਾਸ ਕਰਕੇ ਜਿਹੜੇ PNE ਦੇ ਡੋਨਟਸ ਆ, ਡੈਫੀਨਿਟਲੀ ਇਸ ਇਵੈਂਟ ਦਾ ਹਿੱਸਾ ਬਣੋ, ਡੈਫੀਨਿਟਲੀ ਹੈਪੀ। ਸੋ ਯੂ ਨੋ ਇਟਸ ਨਾਈਸ ਕਿ ਥੋੜਾ ਜਿਹਾ ਹਾਂ ਜਿਹੜੀ ਚੀਜ਼ਾਂ ਸਾਡੀਆਂ ਬੰਦ ਹੋ ਰਹੀਆਂ ਆ ਉਹਨਾਂ ਦੇ ਥੋੜੇ ਜਿਹੇ ਤੁਹਾਨੂੰ ਜਿਹੜਾ ਟੇਸਟ ਆ, ਮਾਹੌਲ ਆ, ਉਹ ਮਿਲ ਰਿਹਾ ਆ। ਸੋ ਯੂ ਨੋ ਇਟਸ ਅ ਗੁੱਡ ਵੇ। ਐਕਚੁਅਲੀ ਇਹ ਨਾ ਬਹੁਤ ਵਧੀਆ ਸਟ੍ਰੈਟਜੀ ਹੈ ਜਿਹੜੀ ਕਿ ਬਿਜ਼ਨੈਸਿਸ ਨੂੰ ਹੁਣ ਅਪਣਾਉਣੀ ਚਾਹੀਦੀ ਹੈ। ਯੈਸ ਡੈਫੀਨਿਟਲੀ, ਕਿਉਂਕਿ ਜੇ ਅਸੀਂ ਸਾਰੇ ਬਿਜ਼ਨੈਸਿਸ ਦੇਖੀਏ ਨਾ, ਵੱਡੇ ਜਿੰਨੇ ਵੀ ਕਲੋਥਿੰਗ ਸਟੋਰ ਖੁੱਲ ਗਏ ਨੇ, ਉਹਨਾਂ ਨੇ ਬਾਹਰ ਵੱਡੇ ਪੋਸਟਰਸ ਲਗਾਏ ਨੇ, ਉਹ ਕਹਿੰਦੇ ਕਮ ਇਨਸਾਈਡ ਸੇ ਹਾਈ ਟੂ ਅਸ। ਯੈਸ ਯਾ, ਉਹ ਕਹਿੰਦੇ ਅਸੀਂ ਵੇਟ ਕਰ ਰਹੇ ਹਾਂ, ਔਰ ਕੋਈ ਲੋਕ ਜਿਹੜੇ ਨੇ, ਬਹੁਤ ਘੱਟ ਲੋਕ ਸਟੋਰ ਦੇ ਅੰਦਰ ਪੈਰ ਰੱਖ ਰਹੇ ਨੇ, ਹਰ ਇੱਕ ਬੰਦਾ ਡਰਦਾ ਆ। ਯੈਸ ਰਾਈਟ। ਡੈਫੀਨਿਟਲੀ। ਫਿਰ ਉਸ ਤੋਂ ਬਾਅਦ ਇਹ ਬਿਜ਼ਨੈਸਿਸ ਦੇ ਵਿੱਚ ਰੈਂਟ ਦੇਣੇ,
ਫਿਰ ਉਸ ਤੋਂ ਬਾਅਦ EMPLOYEES ਦੇ ਖਰਚੇ ਦੇਣੇ, ਇਹ ਸਾਰਾ ਕੁਝ ਬਹੁਤ ਔਖਾ ਹੋ ਜਾਏਗਾ। ਹੁਣ ਕਿਤੇ ਨਾ ਕਿਤੇ ਕੋਈ ਨਾ ਕੋਈ ਸਾਨੂੰ ਸਪੈਸ਼ਲਸ ਬਿਜ਼ਨੈਸਿਸ ਨੂੰ ਲਗਾਉਣੀਆਂ ਪੈਣੀਆਂ ਨੇ ਜਿਹਦੇ ਨਾਲ ਲੋਕ ਰੂਟੀਨ ਦੇ ਵਿੱਚ ਅੰਦਰ ਆਉਣ। ਔਰ ਰੂਟੀਨ ਦੇ ਵਿੱਚ ਇਸੇ ਹਿਸਾਬ ਨਾਲ ਜਿਵੇਂ ਹੁਣ ਜਿਹੜੀਆਂ 에ਅਰਲਾਈਨਸ ਨੇ ਉਹਨਾਂ ਨੇ ਬਹੁਤ ਸੋਹਣੇ ਡਿਸਕਾਊਂਟ ਲਗਾਏ ਨੇ, PNE ਨੇ ਬਹੁਤ ਸੋਹਣਾ ਆਪਣਾ ਫੇਅਰ ਲਗਾਇਆ, ਇਸ ਹਿਸਾਬ ਨਾਲ ਬਾਕੀ ਸਾਰੇ ਬਿਜ਼ਨੈਸਿਸ ਨੂੰ ਟਰੈਕ ਤੇ ਆਉਣ ਵਾਸਤੇ they have to do these kind of and a lot of safety measures too। ਮੇਰੇ ਖਿਆਲ ਇੱਕ ਥੋੜੀ ਜਿਹੀ ਹੌਸਲੇ ਵਾਲੀ ਚੀਜ਼ ਹੈ ਕੋਈ ਵੀ ਕਸਟਮਰਸ ਵਾਸਤੇ, ਜਿੱਦਾਂ ਆਪਾਂ ਜਾਣਦੇ ਹਾਂ ਐਪਲ ਇੱਕ ਬਹੁਤ ਵੱਡੀ ਕੰਪਨੀ ਆ, ਜਿਹੜੇ ਪਿਛਲੇ ਦਿਨੇ ਉਹਨਾਂ ਨੇ ਸਟੋਰਸ ਖੁੱਲੇ ਇੱਥੇ ਲੋਕਲ ਸਾਡੇ ਮੈਟਰ ਟਾਊਨ ਦੇ ਵਿੱਚ ਖੁੱਲਿਆ, ਸਾਰੇ ਦੇ ਟੈਂਪਰੇਚਰ ਚੈੱਕਸ ਕਰਦੇ ਆ ਜਿਹੜੇ ਵੀ ਅੰਦਰ ਜਾਂਦੇ ਆ। ਸੋ ਆਈ ਥਿੰਕ ਜਿਹੜਾ ਕੋਈ ਜਾ ਰਿਹਾ ਉਹਨੂੰ ਵੀ ਡਰ ਥੋੜਾ ਜਿਹਾ ਘੱਟ ਹੋਊਗਾ ਵੀ ਜਿਹੜੇ ਅੰਦਰ ਹੈਗੇ ਵੀ ਆ ਤੇ ਅਸੀਂ ਵੀ ਜਾ ਰਹੇ, ਸਾਡੇ ਟੈਂਪਰੇਚਰ ਚੈੱਕ ਹੋ ਰਹੇ ਆ। ਸੋ ਆਈ ਥਿੰਕ ਥੋੜਾ ਜਿਹਾ ਇਹਦੇ ਨਾਲ ਵੀ ਹੌਸਲਾ ਅਮਰ ਜੀ ਹੋ ਜਾਂਦਾ। ਵੈਰੀ ਰਾਈਟ। ਸੋ ਤੁਸੀਂ ਦੱਸ ਰਹੇ ਸੀ ਇੱਕ ਸਾਡੇ ਨਾਲ ਗੈਸਟ ਅੱਜ ਜੁੜਨ ਜਾ ਰਹੇ ਆ ਆਲ ਦ ਵੇ ਫਰਮ ਇੰਡੀਆ, ਉਹਦੇ ਬਾਰੇ ਥੋੜਾ ਜਿਹਾ ਦੱਸੋ ਸਾਨੂੰ। ਐਕਚੁਅਲੀ ਉਹ ਆਪਾਂ ਨੂੰ ਇੰਡੀਆ ਬਾਰੇ ਦੱਸਣਗੇ। ਸੋ ਕਿ ਇੰਡੀਆ ਦੀ ਜਿਹੜੀ ਖਬਰ ਹੈ ਨਾ, ਉਹ ਅਸਲੀ ਖਬਰ ਉੱਥੋਂ ਦੇ ਅਸਲੀ ਨਾਗਰਿਕ ਹੀ ਦੱਸ ਸਕਦੇ ਆ, ਜਿਹੜੇ ਇਸ ਟਾਈਮ ਉਹ ਸਾਰੇ ਦੇ ਸਾਰੀ ਜਿਹੜੀ ਵੀ ਸਿਚੁਏਸ਼ਨ ਆ ਉਹਨੂੰ ਹੰਢਾ ਰਹੇ ਨੇ। ਉਹ ਕਿਵੇਂ ਬਾਹਰ ਜਾਂਦੇ ਨੇ, ਕੀ ਬੱਸਾਂ ਦੇ ਵਿੱਚ ਬਾਹਰ ਜਾਂਦੇ ਨੇ, ਕੀ ਬੱਸਾਂ ਦੇ ਵਿੱਚ ਰਸ਼ ਹੁੰਦਾ, ਲੋਕ ਸੋਸ਼ਲ ਡਿਸਟੈਂਸਿੰਗ ਦਾ ਜੇ ਮੈਂ ਧਿਆਨ ਰੱਖ ਰਹੀ ਹਾਂ ਵੀ ਜੀ ਤੁਸੀਂ ਮੇਰੇ ਨਾਲੋਂ ਦੂਰ ਖੜੋ, ਜੇ ਆ ਕੇ ਲੋਕ ਵਿੱਚ ਵੱਜਣ ਫਿਰ ਤੁਸੀਂ ਕੀ ਕਰ ਲਓਗੇ। ਇਹ ਸਾਰੀਆਂ ਗੱਲਾਂ ਅਸੀਂ ਲੋਕ ਛੋਟੀਆਂ-ਛੋਟੀਆਂ ਵੀਡੀਓਜ਼ ਤੇ ਤਾਂ ਜ਼ਰੂਰ ਦੇਖ ਸਕਦੇ ਹਾਂ, ਲੇਕਿਨ ਸਹੀ ਮਾਇਨਿਆਂ ਦੇ ਵਿੱਚ ਇਨਸਾਈਡ ਦੀ ਖਬਰ ਜਿਹੜੀ ਹੈ ਉਹ ਸਾਨੂੰ ਨਹੀਂ ਪਤਾ ਹੁੰਦੀ। ਸਾਨੂੰ ਉਹਨਾਂ ਕੀ ਪਤਾ ਹੈ ਜੋ ਖਬਰਾਂ ਦਿਖਾਉਂਦੀਆਂ ਨੇ ਜੀ। ਸੋ ਇਸ ਕਰਕੇ ਹੁਣ ਸਾਡੀ ਕੋਸ਼ਿਸ਼ ਇਹ ਹੈ ਕਿ ਇੰਡੀਆ ਤੋਂ ਅਸੀਂ ਕੋਈ ਨਾ ਕੋਈ ਗੈਸਟ ਲਿਆ ਕਰੀਏ, ਕਿਉਂਕਿ ਇੰਡੀਆ ਦੇ ਵਿੱਚ ਨਾ ਥੋੜੇ ਕੇਸਿਸ ਵੱਧ ਰਹੇ ਨੇ ਐਂਡ ਵਿਚ ਇਜ਼ ਨਾਟ ਰਾਈਟ। ਇਟਸ ਨਾਟ। ਬੇਸ਼ੱਕ ਪੰਜਾਬ ਦੇ ਵਿੱਚ ਕਾਫੀ ਹੱਦ ਤੱਕ ਕੰਟਰੋਲ ਹੈ, ਲੇਕਿਨ ਮਹਾਰਾਸ਼ਟਰ ਜਿਹੜਾ ਹੈਗਾ ਉਹਦੇ ਵਿੱਚ ਕੇਸਿਸ ਬਹੁਤ ਤੇਜ਼ੀ ਦੇ ਨਾਲ ਵੱਧ ਰਹੇ ਹੈ। ਐਂਡ ਖਾਸ ਕਰਕੇ ਜਦੋਂ ਦੀ ਇਹ ਜਿਹੜੀ ਲਾਕਡਾਊਨ ਹੈ ਖੁੱਲੀ ਆ, ਸੋ ਖੁੱਲੀਆਂ ਛੁੱਟੀਆਂ ਮਿਲਦੀਆਂ, ਫਿਰ ਜਿਹੜਾ ਫਰਸਟ ਆਈ ਵਿਟਨੈਸ ਅਕਾਊਂਟ ਆ ਉਹ ਸੁਣਨਾ ਬਹੁਤ ਜ਼ਰੂਰੀ ਆ। ਐਂਡ ਹੋਪਫੁਲੀ ਵੀ ਕੈਨ ਗੈਟ ਸਮ ਇਨਸਾਈਟ ਗਵਾਹ ਉੱਥੋਂ ਦੇ। ਜੀ ਬਿਲਕੁਲ। ਸੋ ਵਕਤ ਆ ਗਿਆ ਇੱਕ ਬ੍ਰੇਕ ਦਾ, ਤਾਂ ਕਿ ਅਸੀਂ ਜਿਹੜਾ ਅਗਲਾ ਗੈਸਟ ਹੈ ਉਹ ਵੀ ਸਾਡੇ ਨਾਲ ਜੋੜੀਏ ਅਮਰ ਜੀ। ਸੋ ਥੈਂਕ ਯੂ ਐਜ਼ ਆਲਵੇਜ਼, ਗ੍ਰੇਟ ਚੈਟਿੰਗ ਟੂ ਯੂ ਐਂਡ ਲੁੱਕ ਫਾਰਵਰਡ ਟੂ ਸੀਇੰਗ ਯੂ ਟੁਮਾਰੋ। That's right. See you tomorrow, Sukhi. Thank you so much. So ਇਹ ਸੀ ਅੱਜ ਦਾ ਜਿਹੜਾ ਪਹਿਲਾ ਸੈਗਮੈਂਟ ਆ। ਦੂਜਾ ਸੈਗਮੈਂਟ ਲੈ ਕੇ ਅੰਮ੍ਰਿਤ ਪੱਟੀ ਹਾਜ਼ਰ ਹੁੰਦੇ ਆ, ਪਰ ਇੱਕ ਛੋਟੀ ਜਿਹੀ ਬ੍ਰੇਕ ਤੋਂ ਵਾਪਸ। ਕੱਲ ਨੂੰ ਤਾਂ ਤੁਹਾਡੀ ਆਪਣੀ ਸੁੱਖੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।